ਹਾਲੇਲੂਇਆ। ਹਾਲੇਲੂਇਆ। ਪਿਤਾ ਪਰਮੇਸ਼ਰ ਦਾ ਸ਼ੁਕਰ ਹੈ, ਧੰਨਵਾਦ ਜੋ ਇੱਕ ਹੋਰ ਵੇਲਾ ਖੁਦਾ ਨੇ ਸਾਡੇ ਜੀਵਨਾਂ ਦਿੱਤਾ ਕਿ ਅਸੀਂ ਸਾਰੇ ਪ੍ਰਭੂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਆ ਸਕੀਏ। ਧੰਨਵਾਦ ਇਸ ਰੋਜ਼ਾਂ ਦੇ ਤੀਸਰੇ ਦਿਨ ਵਿੱਚ ਪ੍ਰਭੂ ਸਾਨੂੰ ਲੈ ਕੇ ਆਇਆ। ਵਿਸ਼ਵਾਸ ਕਰਦੇ ਪਿਛਲੇ 2 ਦਿਨਾਂ ਤੋਂ ਖੁਦਾ ਸਾਨੂੰ ਬਹੁਤ ਸਾਰਾ ਆਸ਼ੀਸ਼ ਦੇ ਰਿਹਾ। ਅੱਜ ਵੀ ਅਸੀਂ ਬਹੁਤ ਸਾਰੀ ਆਸ਼ੀਸ਼ ਪਾਈ ਹੈ ਔਰ ਥੋੜਾ ਸਮਾਂ ਅਸੀਂ ਖੁਦਾ ਦੇ ਵਚਨ ਵੱਲ ਧਿਆਨ ਕਰਾਂਗੇ। ਸੋ ਕਿਰਪਾ ਕਰਕੇ ਬੜੇ ਧਿਆਨ ਦੇ ਨਾਲ ਤੁਸੀਂ ਖੁਦਾ ਦੀ ਬਾਣੀ ਨੂੰ ਸੁਣੋ। ਜਿਸ ਤਰ੍ਹਾਂ ਵੱਡੇ ਪਾਤਸ਼ਾਹ ਨੇ ਦੱਸਿਆ, ਸੱਚਮੁੱਚ ਮੈਂ ਵੀ ਜਦੋਂ ਵੀ ਰੋਜ਼ੇ ਆਉਂਦੇ ਮੇਰੇ ਮਨ 'ਚ ਬੜਾ ਆਨੰਦ ਹੈ, ਬੜਾ ਖੁਸ਼ੀ ਹੁੰਦਾ ਕਿ ਥੋੜਾ ਸਮਾਂ ਅਸੀਂ ਹੋਰ ਰੱਬ ਦੇ ਨਾਲ ਗੁਜ਼ਾਰਾਂਗੇ, ਉਹਦੇ ਚਰਨਾਂ 'ਚ ਬੈਠਾਂਗੇ। ਔਰ ਜਿਵੇਂ ਇੱਕ ਉਕਾਬ ਔਰ ਕਹਿੰਦੇ ਜਦੋਂ ਥੋੜਾ ਬਜ਼ੁਰਗ ਹੋ ਜਾਂਦਾ ਹੈ ਉਹ ਉੱਤਰੀ ਥਾਂ 'ਤੇ ਚੱਲ ਜਾਂਦਾ ਔਰ ਉੱਥੇ ਉਹ ਆਪਣਾ ਸਾਰਾ ਪੁਰਾਣਾ ਚੁੰਝ ਨੂੰ ਲਾ ਦਿੰਦਾ ਵਾ, ਪੁਰਾਣੇ ਖੰਭ ਲਾ ਦਿੰਦੇ ਆ, ਉਹ ਲੱਥ ਜਾਂਦੇ ਆ, ਲੇਕਿਨ ਉਸ ਵੇਲੇ ਉਹਨੂੰ ਸਭ ਕੁਝ ਨਵਾਂ ਮਿਲਦਾ। ਸੋ ਐਸਾ ਹੀ ਮੈਂ ਵਿਸ਼ਵਾਸ ਕਰਦਾ ਉਪਵਾਸ ਪ੍ਰਾਰਥਨਾ ਹੈ। ਹਾਲੇਲੂਇਆ। ਹਾਲੇਲੂਇਆ। ਸਾਰਾ ਸਾਲ ਅਸੀਂ ਬਹੁਤ ਸਾਰਾ ਭੱਜ ਦੌੜਿਆ, ਲੇਕਿਨ ਇਹ ਇੱਕ ਹੀ ਦਿਨ ਇੱਕ ਐਸਾ ਵੇਲਾ ਹੈ ਜਿਹਦੇ ਵਿੱਚ ਅਸੀਂ ਰੱਬ ਦੇ ਚਰਨਾਂ 'ਚ ਬੈਠ ਕੇ ਅਸੀਂ ਆਪਣੇ ਬਲ ਨੂੰ ਨਵਾਂ ਕਰਦੇ ਹਾਂ, ਆਪਣੇ ਦਰਸ਼ਨ ਨੂੰ ਨਵਾਂ ਕਰਦੇ ਹਾਂ ਔਰ ਖੁਦਾ ਕੋ ਔਰ ਕੁਵਤ ਔਰ ਸ਼ਕਤੀ ਪਾਉਂਦੇ ਹਾਂ। ਸੋ ਜਿਵੇਂ ਵੱਡੇ ਪਾਤਸ਼ਾਹ ਦੱਸ ਰਹੇ, ਮੈਂ ਵੀ ਸੋਚਿਆ ਪਤਾ ਨਹੀਂ ਇਸ ਸਾਲ ਕਿਸ ਤਰ੍ਹਾਂ ਉਪਵਾਸ ਪ੍ਰਾਰਥਨਾ ਚੱਲਣਗੇ, ਲੇਕਿਨ ਖੁਦਾ ਦਾ ਧੰਨਵਾਦ ਸੱਚਮੁੱਚ ਔਰ ਸਾਡੀ ਸੋਚ ਔਰ ਪਰਮੇਸ਼ਰ ਦੀ ਸੋਚ ਜ਼ਮੀਨ ਅਸਮਾਨ ਦਾ ਕੀ ਹੈ ਜੀ? ਹਾਲੇਲੂਇਆ। ਹਾਲੇਲੂਇਆ। ਔਰ ਬੜਾ ਹੀ ਆਨੰਦ ਹੋਇਆ ਕਿ ਔਰ ਉਪਵਾਸ ਪ੍ਰਾਰਥਨਾ ਤੋਂ ਪਹਿਲਾਂ ਹੀ ਖੁਦਾ ਨੇ ਭਵਨਾਂ ਨੂੰ ਕੀ ਕਰ ਦਿੱਤਾ? ਖੋਲਤਾ, ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਤੋਂ ਔਰ ਪਿਛਲੇ ਸਾਲਾਂ ਦੀ ਤਰ੍ਹਾਂ ਰੱਬ ਦੀ ਇਬਾਦਤ ਕਰ ਸਕੀਏ। ਹਾਲੇਲੂਇਆ। ਹਾਲੇਲੂਇਆ। ਸੋ ਪਿਆਰੇ ਜੀ, ਤੋਂ ਆਈ ਅਸੀਂ ਥੋੜਾ ਸਮਾਂ ਖੁਦਾ ਦੇ ਵਚਨ ਵੱਲ ਧਿਆਨ ਕਰੀਏ। ਇਸ ਸਾਲ ਜੋ ਮੇਰਾ ਜਿਹੜਾ ਟੌਪਿਕ ਹੈ, ਜੋ ਮੈਂ ਇਸ ਸਾਲ ਜੋ ਜਿਸ ਵਿਸ਼ੇ ਉੱਤੇ ਪ੍ਰਚਾਰ ਕਰਨਾ ਚਾਹੁੰਦਾ ਹਾਂ, ਪਿਆਰੇ ਜੀ, ਤੋਂ ਪ੍ਰਭੂ ਯਿਸੂ ਮਸੀਹ ਜੋ ਇਸ ਦੁਨੀਆ ਵਿੱਚ ਸੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬੋਲੀਆਂ, ਲੇਕਿਨ ਕੁਝ ਖਾਸ ਗੱਲਾਂ ਨੂੰ ਕੋਟ ਕੀਤਾ ਗਿਆ ਹੈ। ਸੋ ਇਸ ਸਾਲ ਜਿਹੜਾ ਮੇਰਾ ਪ੍ਰਚਾਰ ਹੈ ਉਹ ਯਹੂਨਾ ਦੀ ਅੰਜੀਲ 'ਚ ਪ੍ਰਭੂ ਯਿਸੂ ਮਸੀਹ ਨੇ 7 ਗੱਲਾਂ ਬੋਲੀਆਂ, ਜਿਨ੍ਹਾਂ ਵਿੱਚ ਕਿਹਾ ਮੈਂ ਹਾਂ। ਜਿਨ੍ਹਾਂ ਵਿੱਚ ਕਿਹਾ ਜੀ? ਮੈਂ ਹਾਂ। ਇੰਗਲਿਸ਼ ਵਿੱਚ ਕਹਿੰਦੇ ਆਈ ਐਮ ਸੇਇੰਗਸ। ਔਰ ਜਿਹਦੇ ਵਿੱਚ ਯਿਸੂ ਮਸੀਹ ਨੇ ਵੱਖ-ਵੱਖ ਔਰ ਗੱਲਾਂ ਦੇ ਬਾਰੇ ਕਿਹਾ ਹੈ। ਸੋ ਇਸ ਸਾਲ ਮੈਂ ਇਸ ਟੌਪਿਕ ਨੂੰ ਲੈਣਾ ਚਾਹਾਂਗਾ। ਸੋ 7 ਗੱਲਾਂ ਯਹੂਨਾ ਦੀ ਅੰਜੀਲ ਵਿੱਚ ਪ੍ਰਭੂ ਯਿਸੂ ਮਸੀਹ ਨੇ ਬੋਲੀਆਂ ਨੇ। ਮੈਂ ਉਹਨਾਂ ਉੱਤੇ ਇਹਨਾਂ ਦਿਨਾਂ 'ਚ ਔਰ ਤੁਹਾਡਾ ਧਿਆਨ ਲੈ ਕੇ ਜਾਵਾਂਗਾ। ਇਹ ਥੋੜਾ ਇੱਕ ਬਾਈਬਲ ਸਟੱਡੀ ਵਰਗੂ ਵੀ ਹੈ ਔਰ ਨਾਲ ਮੰਨਣ ਵੀ ਅਸੀਂ ਬੜੇ ਧਿਆਨ ਦੇ ਨਾਲ ਸੁਣਨਾ। ਸੋ ਪਿਆਰੇ ਜੀ, ਤੋਂ ਆਈ ਅਸੀਂ ਪੜਾਂਗੇ। ਸੋ ਅੱਜ ਪਹਿਲੀ ਗੱਲ ਨੂੰ ਅਸੀਂ ਦੇਖਾਂਗੇ। ਇਹ ਜਿਹੜੀਆਂ 7 ਗੱਲਾਂ ਨੇ ਉਹਨਾਂ ਵਿੱਚੋਂ ਪਹਿਲੀ ਗੱਲ ਪੜਾਂਗੇ ਯਹੂਨਾ ਦੀ ਅੰਜੀਲ ਔਰ ਉਸ ਦਾ 6 ਬਾਬ ਔਰ ਉਸ ਦਾ 35 ਆਇਤ ਨੂੰ ਪੜਾਂਗੇ। ਯਹੂਨਾ ਦੀ ਅੰਜੀਲ 6 बाब और उसका 35 आयत। यीशु ने उनसे कहा, जीवन की रोटी मैं हूँ, जो मेरे पास आता है वह कभी भूखा ना होगा और जो मुझ पर विश्वास करता है वह कभी प्यासा ना होगा। हाँ जी, बस पंजाबी जी पढ़ लो। यीशु ने उन्होंने आख्या, जीवन की रोटी मैं हाँ, जो मेरे को आउंदा है ਉਹ ਮੂਲੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਕਦੇ ਵੀ ਤਿਆਰ ਨਾ ਹੋਵੇਗਾ। ਹਾਲੇਲੂਇਆ। ਪਿਆਰੇ ਸੀਜ਼ੋ, ਇਹ ਜਿਹੜਾ ਸਭ ਤੋਂ ਪਹਿਲਾ ਜਿਹੜਾ 7 ਜਿਹੜੇ ਕਥਨ ਯਿਸੂ ਮਸੀਹ ਨੇ ਬੋਲੇ ਆ, ਆਈ ਐਮ ਸੇਇੰਗ, ਸਭ ਤੋਂ ਪਹਿਲਾ ਹੈ ਯਿਸੂ ਮਸੀਹ ਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ। ਹਾਲੇਲੂਇਆ। ਪਿਆਰੇ ਸੀਜ਼ੋ, ਇਹ ਜਿਹੜੇ ਮੈਂ ਹਾਂ ਕਥਨ ਹੈ, ਇਹਦੇ ਚੋਂ ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਜਿਹੜੇ ਮੈਂ ਹਾਂ ਕਥਨ ਨੇ ਇਹ 2 ਗੱਲਾਂ ਨੂੰ ਪ੍ਰਗਟ ਕਰਦੇ ਨੇ। ਸਭ ਤੋਂ ਪਹਿਲੀ ਗੱਲ ਹੈ ਇਹ ਪ੍ਰਭੂ ਯਿਸੂ ਮਸੀਹ ਦੀ ਪਹਿਚਾਨ ਨੂੰ ਅਤੇ ਯਿਸੂ ਮਸੀਹ ਦੇ ਮਕਸਦ ਨੂੰ ਜਾਂ ਉਹਦੇ ਮਿਸ਼ਨ ਨੂੰ ਦੱਸਦੇ ਨੇ ਕਿ ਯਿਸੂ ਮਸੀਹ ਇਸ ਦੁਨੀਆ ਵਿੱਚ ਕਿਉਂ ਆਏ। ਪਹਿਲੀ ਗੱਲ ਮੈਂ ਪਹਿਲਾਂ ਬੋਲਿਆ, ਇਹ ਜਿਹੜੇ ਮੈਂ ਹਾਂ ਕਥਨ ਨੇ ਇਹ 2 ਗੱਲਾਂ ਨੂੰ ਪ੍ਰਗਟ ਕਰਦੇ ਨੇ। ਸਭ ਤੋਂ ਪਹਿਲੀ ਗੱਲ ਪ੍ਰਭੂ ਯਿਸੂ ਮਸੀਹ ਦੀ ਪਹਿਚਾਨ ਨੂੰ, ਆਈਡੈਂਟੀਟੀ ਨੂੰ, ਔਰ ਦੂਸਰੀ ਗੱਲ ਇਹ ਪ੍ਰਭੂ ਯਿਸੂ ਮਸੀਹ ਦੇ ਇਸ ਦੁਨੀਆ ਦੇ ਵਿੱਚ ਆਉਣ ਦੇ ਮਕਸਦ ਨੂੰ ਜਾਂ ਉਹਦੇ ਪਰਪਸ ਨੂੰ ਜਾਂ ਮਿਸ਼ਨ ਨੂੰ ਦੱਸਦੇ ਨੇ ਕਿ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਕਿਉਂ ਆਏ। ਪਿਆਰੇ ਜੀਓ, ਮੈਂ ਇੱਕ ਆਇਤ ਪੜ੍ਹਾਇਆ ਤੁਹਾਨੂੰ 35 ਆਇਤ, ਲੇਕਿਨ ਅਸੀਂ ਸਾਰੇ ਹੀ ਚੈਪਟਰ ਨੂੰ ਯਹੂਨਾ ਦੀ ਅੰਜੀਲ ਪੂਰਾ 6 ਬਾਬ ਨੂੰ ਅਸੀਂ ਦੇਖਾਂਗੇ। ਸੋ ਆਈਏ ਅਸੀਂ ਥੋੜਾ ਸਮਾਂ ਇਹਦਾ ਜਿਹੜਾ ਬੈਕਗਰਾਉਂਡ ਹੈ ਜਾਂ ਕਿਹੜੇ ਹਾਲਾਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ, ਥੋੜਾ ਜਿਹਾ ਅਸੀਂ ਉਸ ਨੂੰ ਦੇਖਾਂਗੇ। ਪਿਆਰੇ ਜੀਓ, ਔਰ ਪੜਾਂਗੇ ਅਸੀਂ ਔਰ 6 ਬਾਬ ਉਹਦੀ ਪਹਿਲੀ ਆਇਤ ਤੋਂ ਪੜੋ। ਹਾਂਜੀ। ਇਹਦੇ ਪਿਛੋਂ ਯਿਸੂ ਗਲੀਲ ਦੀ ਅਰਥਾਤ ਤਿਬਰਿਸ ਦੀ ਝੀਲੋਂ ਪਾਰ ਚਲਾ ਗਿਆ ਅਤੇ ਵੱਡੀ ਭੀੜ ਉਹਦੇ ਮਗਰ ਹੋ ਤੁਰੀ, ਕਿਉਂਕਿ ਉਹਨਾਂ ਨੇ ਉਹ ਨਿਸ਼ਾਨ ਡਿਠੇ ਜਿਹੜੇ ਉਸਨੇ ਰੋਗੀਆਂ ਉੱਤੇ ਵਿਖਾਏ ਸਨ।
ਫਿਰ ਯਿਸੂ ਪਹਾੜ ਉੱਤੇ ਚੜਿਆ ਔਰ ਉੱਥੇ ਆਪਣੇ ਚੇਲਿਆਂ ਦੇ ਸੰਗ ਬੈਠ ਗਿਆ। ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ। ਉਪਰੰਤ ਯਿਸੂ ਨੇ ਜਾਂ ਅੱਖਾਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ ਤਾਂ ਫਿਲਿਪਸ ਨੂੰ ਆਖਿਆ ਕਿ ਅਸੀਂ ਇਹਨਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਿਆਈਏ। ਪਰ ਉਸਨੇ ਉਹਨਾਂ ਦੇ ਪਰਤਾਵੇ ਲਈ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ। ਫਿਲਿਪਸ ਨੇ ਉਸ ਨੂੰ ਉੱਤਰ ਦਿੱਤਾ ਕਿ 100 ਰੁਪਏ ਦੀਆਂ ਰੋਟੀਆਂ ਨਾਲ ਵੀ ਉਹਨਾਂ ਦਾ ਪੂਰਾ ਨਹੀਂ ਫਟਣਾ, ਜੋ ਹਰੇਕ ਨੂੰ ਥੋੜਾ ਜਿਹਾ ਵੀ ਮਿਲੇ। ਉਸਦੇ ਚੇਲਿਆਂ ਵਿੱਚੋਂ ਇੱਕ ਸਮੌਨ ਪਤਰਸ ਦੇ ਭਰਾ ਅੰਦਰਿਆਸ ਨੇ ਉਸ ਨੂੰ ਕਿਹਾ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜਮਾਂ ਦੀਆਂ 5 ਰੋਟੀਆਂ ਅਤੇ 2 ਛੋਟੀਆਂ ਜਿਹੀਆਂ ਮੱਛੀਆਂ ਹਨ, ਪਰ ਇਹਨਾਂ ਲੋਕਾਂ ਲਈ ਇਹ ਕੀ ਹਨ? ਬਸ ਹਾਲੇਲੂਇਆ ਹਾਲੇਲੂਇਆ। ਸੋ ਇੱਥੇ ਜਿਹੜਾ ਸ਼ੁਰੂਆਤ ਹੈ ਇੱਕ ਬੜਾ ਅੱਛਾ ਕਹਾਣੀ ਹੈ। ਸਾਰੇ ਜਾਣੇ ਉਸ ਕਹਾਣੀ ਨੂੰ ਜਾਣਦੇ ਆ। ਛੋਟੇ ਛੋਟੇ ਸੰਡੇ ਸਕੂਲ 'ਚ ਵੀ ਸਾਨੂੰ ਇਸ ਕਹਾਣੀ ਸਿਖਾਇਆ ਜਾਂਦਾ ਸੀ ਕਿ ਪਿਆਰੇ ਜੀ ਔਰ ਇੱਕ ਵੱਡਾ ਭੀੜ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਆ ਔਰ ਯਿਸੂ ਮਸੀਹ ਨੇ ਦੇਖਿਆ ਉਹ ਲੋਕ ਆ ਰਹੇ ਆ। ਯਿਸੂ ਮਸੀਹ ਨੇ ਫਿਲਿਪਸ ਨੂੰ ਪੁੱਛਿਆ ਕਿ ਇਹਨਾਂ ਦੇ ਲਈ ਖਾਣੇ ਦਾ ਇੰਤਜ਼ਾਮ ਕਰਨਾ ਹੈ, ਇਹ ਰੋਟੀਆਂ ਕਿਤੋਂ ਔਰ ਇਹਨਾਂ ਦੀ ਖਾਣੇ ਲਈ ਕਿਤਨਾ ਇੰਤਜ਼ਾਮ ਕਰੀਏ। ਸੋ ਫਿਲਿਪਸ ਡਰ ਗਿਆ, ਪ੍ਰਭੂ ਜੀ ਇੰਨੇ ਭੀੜ ਹੈ ਕਿਉਂਕਿ 5000 ਸਿਰਫ ਪੁਰਸ਼ ਹੀ ਆ, 5000 ਸਿਰਫ ਪੁਰਸ਼ ਹੀ ਆ। ਉਹਦੇ ਵਿੱਚ ਭੈਣਾਂ ਵੀ ਆ, ਬੱਚੇ ਵੀ ਆ। ਕਿਸ ਤਰ੍ਹਾਂ ਪਤਾ ਲੱਗਦਾ ਭਲਾ ਬੱਚੇ ਵੀ ਗਏ? ਬੱਚੇ ਨੇ 5 ਕਿਉਂਕਿ ਬੱਚੇ ਕੋਲ ਕੀ ਸੀ? ਸੋ ਪੁਰਸ਼ ਕਿੰਨੇ ਆ? 5000 ਹੈ। ਸੋ ਭੈਣਾਂ ਵੀ ਹੈ, ਸੋ ਬੱਚੇ ਵੀ ਹੈ। ਸੋ ਅਸੀਂ ਚਲੋ ਅੰਦਾਜ਼ਾ ਲਗਾ ਲਈਏ, ਜੇ 5000 ਪੁਰਸ਼ ਹੈ, 5000 ਭੈਣਾਂ ਲਗਾ ਲਓ, 5000 ਬੱਚੇ ਲਗਾ ਲਓ, ਸੋ 15000 ਹੈ। ਕਿੰਨੇ ਜੀ? 15। ਸੋ ਐਸਟੀਮੇਟ ਵੈਸੇ ਮੈਂ ਇੱਕ ਰਫਲੀ ਬੋਲਦਾ ਵਾ, ਹੋਰ ਵੀ ਕਿੰਨੇ ਹੋ ਸਕਦੇ ਕੁਝ ਪਤਾ ਨਹੀਂ ਹੈ, ਲੇਕਿਨ ਇੱਥੇ ਇੰਨਾ ਦੱਸਿਆ ਗਿਆ 5000 ਪੁਰਸ਼ ਹੈ। ਸੋ ਪਿਆਰੇ ਜੀ ਤੋਂ ਵਚਨ 'ਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਉਹ ਕਿਹਾ ਇਹਨਾਂ ਨੂੰ ਲਾਈਨਾਂ 'ਚ ਬਿਠਾ ਦਿਓ। ਪਿਆਰੇ ਜੀ ਸਭ ਤੋਂ ਪਹਿਲਾ ਮੇਰਾ ਜਿਹੜਾ ਇਸ ਗੱਲ ਦੇ ਵਿੱਚ ਜਿਹੜਾ ਪਹਿਲੀ ਗੱਲ ਮੈਂ ਤੁਹਾਨੂੰ ਬੋਲਣਾ ਚਾਹੁੰਦਾ ਕਿ ਸਾਡਾ ਪ੍ਰਭੂ ਯਿਸੂ ਮਸੀਹ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਕੀ ਕਰਦਾ ਵਾ? ਪੂਰਾ ਕਰਦਾ। ਹਾਲੇਲੂਇਆ ਹਾਲੇਲੂਇਆ। ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਉਹ ਪੂਰਾ ਕਰ ਸਕਦਾ ਹੈ। God provides for our material needs ਜਾਂ physical need। ਪਰਮੇਸ਼ਰ ਸਾਡੀਆਂ ਜਿਸਮਾਨੀ ਜ਼ਰੂਰਤਾਂ ਨੂੰ ਵੀ ਕੀ ਕਰਦਾ ਵਾ? ਪੂਰਾ ਕਰਦਾ। ਜਾਣਦਾ ਜਾਂ ਪੂਰਾ ਕਰਦਾ। ਪਿਆਰੇ ਜੀਓ ਇੱਥੇ ਇੱਕ ਵੱਡੀ ਭੀੜ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਆ ਰਹੀ ਹੈ। ਸਾਰੇ ਸੁਸਮਾਚਾਰਾਂ ਵਿੱਚ ਇਹ ਕਹਾਣੀ ਵੇਖੀ ਜਾ ਸਕਦੀ ਹੈ। ਸਾਰੇ ਸੁਸਮਾਚਾਰਾਂ ਵਿੱਚ ਮੱਤੀ ਦੀ ਇੰਜੀਲ 14 ਬਾਬ 13 ਤੋਂ 21 ਹੈ, ਮਰਕਸ ਦੀ ਇੰਜੀਲ 6 ਬਾਬ 30 ਤੋਂ 44 ਹੈ ਔਰ ਲੂਕਾ 9 ਤੋਂ 10 ਤੋਂ 17 ਵਾ। ਲੇਕਿਨ ਇਹ ਸਾਰੇ ਪਾਸੇ ਆ। ਲੇਕਿਨ ਯੂਹੰਨਾ ਥੋੜਾ ਹੋਰ ਡਿਟੇਲ 'ਚ ਜਾਂਦਾ ਹੈ। ਯੂਹੰਨਾ ਨੂੰ ਇਹ ਵੀ ਦੱਸਦਾ ਉਹ ਕਾਹਦੀਆਂ ਰੋਟੀਆਂ ਸੀ, ਆਟੇ ਦੀਆਂ ਨਹੀਂ, ਲੇਕਿਨ ਕਾਹਦੀਆਂ? ਜੌ ਦੀਆਂ ਰੋਟੀਆਂ ਉਹ ਲਿਖਿਆ ਗਿਆ, ਥੋੜਾ ਸਪੈਸੀਫਿਕ ਦੱਸਦਾ। ਲੇਕਿਨ ਪਿਆਰੇ ਸੀਸੋ ਪਹਿਲੀ ਗੱਲ ਇਹੀ ਹੈ, ਵੇਖੋ ਉਸ ਭੀੜ ਨੇ ਯਿਸੂ ਮਸੀਹ ਨੂੰ ਨਹੀਂ ਦੱਸਿਆ ਕਿ ਅਸੀਂ ਭੁੱਖੇ ਆ, ਲੇਕਿਨ ਯਿਸੂ ਮਸੀਹ ਨੂੰ ਆਪ ਨਜ਼ਰ ਆਇਆ ਇਹਨਾਂ ਨੂੰ ਰੋਟੀ ਦੀ ਕੀ ਹੈ? ਲੋੜ ਹੈ। ਹਾਲੇਲੂਇਆ। ਭੀੜ ਨੇ ਨਹੀਂ ਬੋਲਿਆ, ਕਿਸੇ ਨੇ ਨਹੀਂ ਦੱਸਿਆ ਏ, ਲੇਕਿਨ ਪ੍ਰਭੂ ਯਿਸੂ ਮਸੀਹ ਨੂੰ ਆਪ ਪਤਾ ਚੱਲਿਆ ਇਹਨਾਂ ਦਾ ਕੁਝ ਜਿਸਮਾਨੀ ਲੋੜਾਂ ਹੈ। ਇਹ ਮੇਰੇ ਪਿੱਛੇ ਆ ਰਹੇ ਆ, ਇਹਨਾਂ ਨੂੰ ਭੁੱਖ ਲੱਗਾ ਏ, ਮੈਂ ਇਹਨਾਂ ਦੀ ਲੋੜ ਨੂੰ ਕੀ ਕਰਨਾ ਹੈ? ਪੂਰਾ ਕਰਨਾ। ਪਿਆਰੇ ਜੀਜੋ ਇਹਨਾਂ ਉਪਵਾਸ ਦੇ ਦਿਨਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹੀ ਮੈਂ ਬੋਲਣਾ ਚਾਹਨਾ, ਖੁਦਾ ਸਾਡੀ ਸਾਰੀਆਂ ਜ਼ਰੂਰਤਾਂ ਨੂੰ ਕੀ ਕਰਦਾ ਵਾ? ਹਾਲੇਲੂਇਆ। ਉਹ ਪੂਰਾ ਕਰ ਸਕਦਾ, ਉਹ ਜਾਣਦਾ ਹੈ ਸਾਡੀ ਸਾਰੀਆਂ ਲੋੜਾਂ ਦਾ ਉਹਨੂੰ ਕੀ ਹੈ? ਪਤਾ ਹੈ। ਪਿਆਰੇ ਜੀਜੋ ਉਹਨੂੰ ਸਾਡੀ ਜਿਸਮਾਨੀ ਲੋੜਾਂ ਦਾ ਵੀ ਪਤਾ ਹੈ। ਉਹਨੂੰ ਪਤਾ ਹੈ ਤੁਹਾਨੂੰ ਚੰਗਾਈ ਦਾ ਲੋੜ ਹੈ, ਉਹਨੂੰ ਪਤਾ ਹੈ ਤੁਹਾਡੀ ਕੀ ਸਮੱਸਿਆ ਨੇ, ਕੀ ਜ਼ਰੂਰਤਾਂ ਨੇ, ਉਹਨੂੰ ਸਾਰਾ ਕੀ ਹੈ? ਪਤਾ ਹੈ। ਯਿਸੂ ਮਸੀਹ ਪਿਆਰੇ ਜੀਜੋ ਵਚਨ 'ਚ ਲਿਖਿਆ ਉਹਨੇ ਬੜੀ ਵਾਰ ਇਹੀ ਬੋਲਿਆ ਸਾਡੀ ਜਿਸਮਾਨੀ ਲੋੜ। ਉਹਨੇ ਜਿਹੜੇ ਪ੍ਰਭੂ ਵਾਲੀ ਪ੍ਰਾਰਥਨਾ 'ਚ ਵੀ ਲਿਖਿਆ, ਉਹਨੇ ਕਿਹਾ ਸਾਡੇ ਰੋਜ਼ ਦੀ ਰੋਟੀ ਸਾਨੂੰ ਅੱਜ ਦੇ ਸਾਨੂੰ ਦੇ। ਪਿਆਰੇ ਜੀਜੋ ਲਿਖਿਆ ਗਿਆ ਯਿਸੂ ਮਸੀਹ ਨੇ ਕਿਹਾ ਇਹ ਨਾ ਸੋਚੋ ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ, ਕੀ ਪਹਿਨਾਂਗੇ, ਕਿਉਂਕਿ ਤੁਹਾਡਾ ਸਵਰਗੀ ਪਿਤਾ ਨੂੰ ਪਤਾ ਹੈ ਇਹ ਚੀਜ਼ਾਂ ਦੀ ਤੁਹਾਨੂੰ ਕੀ ਹੈ? ਲੋੜ ਹੈ। ਪਿਆਰੇ ਜੀਜੋ ਇਹਨਾਂ ਉਪਵਾਸ ਪ੍ਰਾਰਥਨਾ ਦੇ ਵਿੱਚ ਹਾਲੇਲੂਇਆ ਸਾਡੇ ਖੁਦਾ ਨੂੰ ਸਾਡੇ ਬਾਰੇ ਸਭ ਕੁਝ ਕੀ ਹੈ? ਪਤਾ ਹੈ। ਹਾਲੇਲੂਇਆ ਹਾਲੇਲੂਇਆ। ਔਰ ਖੁਦਾ ਸਾਡੀ ਸਾਰੀਆਂ ਲੋੜਾਂ ਨੂੰ ਕੀ ਕਰੇਗਾ? ਪੂਰਾ ਕਰੇਗਾ। ਮੈਂ ਵਿਸ਼ਵਾਸ ਕਰਦਾ ਇਹਨਾਂ ਦਿਨਾਂ 'ਚ ਅਸੀਂ ਰੱਖ ਰਹੇ ਹਾਂ ਆਪਣੀਆਂ ਲੋੜਾਂ ਨੂੰ, ਲੇਕਿਨ ਉਹਨੂੰ ਵੀ ਸਾਡੀ ਲੋੜ ਦਾ ਕੀ ਹੈ? ਪਤਾ ਹੈ। ਖੁਦਾ ਦੇ ਲੋਕੋ ਵਚਨ 'ਚ ਲਿਖਿਆ ਉਹ ਸਾਡੇ ਹਿਰਦਾ ਦੇ ਗੁਰਦਿਆਂ ਦੇ ਭੇਦਾਂ ਨੂੰ ਜਾਣਦਾ, ਸਾਡੇ ਮੰਗਣ ਤੋਂ ਵੀ ਪਹਿਲਾਂ ਜਾਣਦਾ ਸਾਨੂੰ ਕਿਹੜੀ ਚੀਜ਼ਾਂ ਦੀ ਕੀ ਹੈ। ਇਹਦਾ ਅਰਥ ਇਹ ਨਹੀਂ ਹੈ ਕਿ ਮੰਗਣਾ ਨਹੀਂ ਹੈ, ਲੇਕਿਨ ਇਹਦਾ ਅਰਥ ਇਹ ਹੈ ਜ਼ਰੂਰ ਆਪਣੀਆਂ ਲੋੜਾਂ ਨੂੰ ਅਸੀਂ ਆਪਣੇ ਖੁਦਾ ਨੂੰ ਕੀ ਕਰਨਾ ਹੈ? ਦੱਸਣਾ। ਯਾਰ ਜਦੋਂ ਇੱਕ ਕਹਾਣੀ ਵੇਖੋ, ਅੰਨਾ ਬਰਤਲਮੇ ਜਦੋਂ ਸੜਕ ਦੇ ਕੰਢੇ ਤੇ ਬੈਠ ਕੇ ਭੀਖ ਮੰਗਦਾ ਸੀ, ਜਦੋਂ ਯਿਸੂ ਮਸੀਹ ਉਧਰੋਂ ਗੁਜ਼ਰੇ ਉਹਨੇ ਕਿਹਾ ਹੇ ਯਿਸੂ ਨਾਸਰੀ ਦਾਊਦ ਦੀ ਸੰਤਾਨ ਮੇਰੇ ਤੇ ਕੀ ਕਰ? ਦਿਆ ਕਰ। ਔਰ ਉਹਨੂੰ ਪੁੱਛਿਆ, ਮੈਂ ਬੜੀ ਵਾਰ ਉਸ ਵਚਨ ਦੇ ਉੱਤੇ ਧਿਆਨ ਕੀਤਾ। ਯਿਸੂ ਮਸੀਹ ਨੇ ਅੰਨੇ ਨੂੰ ਪੁੱਛਿਆ ਤੂੰ ਦੱਸ ਤੈਨੂੰ
ਕੀ ਚਾਹੀਦਾ ਤੇਰਾ ਕੀ ਲੋੜ ਹੈ ਸੱਚਾਈ ਬੋਲਿਆ ਤਾਂ ਆਈ ਕਹਾਂਗੇ ਅਸੀਂ ਵੀ ਕਹਾਂਗੇ ਇਹ ਕੀ ਸਾ ਸਵਾਲ ਹੈ ਜੀ ਕਿਉਂਕਿ ਯਿਸੂ ਨੂੰ ਸਾਰਿਆਂ ਨੂੰ ਪਤਾ ਇਹ ਕੀ ਹੈ ਅੰਨਾ ਹੈ ਅੰਨਾ ਹੈ ਔਰ ਅੰਨੇ ਨੂੰ ਕੀ ਹੈ ਅੱਖਾਂ ਦਾ ਲੋੜ ਹੈ ਲੇਕਿਨ ਫਿਰ ਵੀ ਪ੍ਰਭੂ ਯਿਸੂ ਮਸੀਹ ਸਾਡੇ ਮੂੰਹ ਤੋਂ ਸੁਣਨਾ ਚਾਹੁੰਦਾ ਹਾਲੇਲੂਇਆ ਹਾਲੇਲੂਇਆ। ਇਹਨਾਂ ਉਪਵਾਸ ਪ੍ਰਾਰਥਨਾ ਦੇ ਵਿੱਚ ਮੂੰਹ ਬੰਦ ਕਰਕੇ ਨਹੀਂ ਬੈਠਣਾ ਇਹ ਨਹੀਂ ਹੈ ਕਈ ਲੋਕ ਇੱਥੇ ਵੀ ਬੈਠੇ ਆ ਆਂਟੀ ਜੀ ਖੁਦਾ ਸਭ ਜਾਣਦਾ ਨਹੀਂ ਫਿਰ ਵੀ ਉਹ ਚਾਹੁੰਦਾ ਅਸੀਂ ਮੂੰਹ ਖੋਲ ਕੇ ਉਹਨੂੰ ਆਪਣੇ ਦੁੱਖ ਕੀ ਕਰੀਏ ਦੱਸੀਏ ਆਪਣੀਆਂ ਲੋੜਾਂ ਉਹਨੂੰ ਦੱਸੀਏ ਵਚਨ 'ਚ ਲਿਖਿਆ ਮੰਗੋਗੇ ਤਾਂ ਦਿੱਤਾ ਜਾਵੇਗਾ ਆਪਣੇ ਮੂੰਹ ਨੂੰ ਖੋਲ ਕੇ ਖੁਦਾ ਨੂੰ ਦੱਸਣਾ ਪਿਛਲੇ ਦਿਨਾਂ ਦੇ ਵਿੱਚ ਔਰ ਕੋਈ ਕੁਝ ਬਿਮਾਰ ਪੈ ਗਿਆ ਕੋਈ ਸੋ ਉਹਨੂੰ ਡਾਕਟਰ ਕੋਲ ਲੈ ਗਏ ਸੋ ਜੋ ਡਾਕਟਰ ਕੋਲ ਲੈ ਕੇ ਗਏ ਤੋ ਉਹਨੂੰ ਪੁੱਛਿਆ ਤੈਨੂੰ ਕੀ ਸਮੱਸਿਆ ਸੋ ਮੈਂ ਵੀ ਲਾਗੇ ਖੜਾ ਮੈਂ ਦੱਸਿਆ ਸਮੱਸਿਆ ਸੋ ਥੋੜਾ ਜਿਹਾ ਸਾਡੀ ਗੱਲਾਂ 'ਚ ਫਰਕ ਪੈ ਗਿਆ ਸੋ ਕੁਝ ਬੋਲਦਾ ਮੈਂ ਕੁਝ ਬੋਲਦਾ ਸੋ ਡਾਕਟਰ ਕੀ ਕਹਿੰਦਾ ਡਾਕਟਰ ਬੋਲਦਾ ਤੂੰ ਨਹੀਂ ਬੋਲਣਾ ਮਰੀਜ਼ ਬੋਲੇਗਾ ਕੌਣ ਬੋਲੇਗਾ ਮਰੀਜ਼ ਬੋਲੇਗਾ ਮਰੀਜ਼ ਜਿੰਨੂੰ ਦੁੱਖ ਹੈ ਉਹ ਬੋਲੇਗਾ ਔਰ ਮੈਂ ਚੁੱਪਚਾਪ ਖੜਾ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੈ ਜ਼ਰੂਰ ਹੈ ਖੁਦਾ ਦੇ ਦਾਸ ਲੋਕ ਤੁਹਾਡੇ ਲਈ ਦੁਆਵਾਂ ਕਰ ਰਹੇ ਨੇ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਇੱਕ ਦੂਜੇ ਲਈ ਪ੍ਰਾਰਥਨਾ ਹੋ ਰਹੀ ਨੇ ਲੇਕਿਨ ਜਿਹਦਾ ਲੋੜ ਹੈ ਉਹਨੂੰ ਵੀ ਮੂੰਹ ਖੋਲਣਾ ਪਵੇਗਾ ਹਾਲੇਲੂਇਆ ਉਹਨੂੰ ਵੀ ਮੂੰਹ ਖੋਲਣਾ ਪਵੇਗਾ ਮੂੰਹ ਬੰਦ ਬਾਰ ਕਰਕੇ ਨਹੀਂ ਚੱਲੇਗਾ ਇਹ ਉਪਵਾਸ ਪ੍ਰਾਰਥਨਾ ਦੇ ਵਿੱਚ ਅਸੀਂ ਆਪਣਾ ਮੂੰਹ ਖੋਲੀਏ ਹਾਲੇਲੂਇਆ ਖੁਦਾ ਸਾਡੀਆਂ ਲੋੜਾਂ ਨੂੰ ਪੂਰਾ ਕਰੇਗਾ ਹਾਲੇਲੂਇਆ ਪਿਆਰੇ ਜੀਓ ਜਿਸ ਤਰ੍ਹਾਂ ਉਸ ਵੱਡੀ ਭੀੜ ਨੂੰ ਪ੍ਰਭੂ ਯਿਸੂ ਮਸੀਹ ਨੇ ਦੇਖਿਆ ਯਿਸੂ ਮਸੀਹ ਨੂੰ ਪਤਾ ਚੱਲ ਗਿਆ ਇਹਨਾਂ ਨੂੰ ਕੀ ਹੈ ਭੁੱਖ ਲੱਗਾ ਹੈ ਇਹਨਾਂ ਨੂੰ ਰੋਟੀ ਦੀ ਲੋੜ ਆ ਪਿਆਰੇ ਜੀਓ ਪਿਛਲੇ ਦਿਨਾਂ 'ਚ ਬਹੁਤ ਵਾਰ ਅਸੀਂ ਕਈ ਵਾਰ ਗੱਲ ਕਰਦੇ ਹਾਂ ਬਹੁਤ ਸਾਰਾ ਵੱਡਾ ਕਲੀਸਿਆ ਚਲੋ ਪਿੱਛੇ ਤੇ ਲੋਕਡਾਊਨ ਹੋ ਗਿਆ ਲੇਕਿਨ ਪਿਆਰੇ ਜੀਓ ਉਹ ਫਿਕਰ ਨਹੀਂ ਕਰਦੇ ਬੋਲਦੇ ਕਲੀਸਿਆ ਆਂਦਾ ਆਨੀ ਮੀਟਿੰਗ ਵੇਖੋ ਜੀ ਜਾਵੋ ਜੀ ਰੋਟੀ ਵੀ ਮੁੱਲ ਲੇਕਿਨ ਅਸੀਂ ਕਈ ਵਾਰ ਗੱਲ ਕਰਦੇ ਵੈਸੇ ਮੈਂ ਬੋਲਦਾ ਲੇਕਿਨ ਇਹ ਨਹੀਂ ਹੈ ਲੇਕਿਨ ਸਾਡੇ ਵੱਡੇ ਪਾਸੇ ਜੀ ਇੱਕ ਪਿਤਾ ਦਾ ਦਿਲ ਕਈ ਵਾਰ ਉਹ ਸੋਚਦੇ ਆ ਦੂਰੋਂ ਆਣਾ ਨਹੀਂ ਕਲੀਸਿਆ ਵੈਸੇ ਨਹੀਂ ਜਾਏਗਾ ਉਹਨਾਂ ਲਈ ਖਾਣਾ ਇਸੇ ਤਰ੍ਹਾਂ ਯਿਸੂ ਮਸੀਹ ਦੇ ਅੰਦਰ ਇੱਕ ਪਿਤਾ ਦਾ ਦਿਲ ਸੀ ਕਿਹੜਾ ਦਿਲ ਸੀ ਪਿਤਾ ਦਾ ਦਿਲ ਉਹ ਲੋਕ ਮੇਰੇ ਪਿੱਛੇ ਆ ਰਹੇ ਆ ਇਹ ਭੁੱਖੇ ਆ ਇਹਨਾਂ ਨੂੰ ਰੋਟੀ ਦੀ ਕੀ ਹੈ ਲੋੜ ਹੈ ਹਾਲੇਲੂਇਆ ਇਹਨਾਂ ਦੀ ਜਿਸਮਾਨੀ ਲੋੜ ਨੂੰ ਵੀ ਮੈਂ ਪੂਰਾ ਕਰਨਾ ਹੈ ਇਹਨਾਂ ਦੀ ਜਿਸਮਾਨੀ ਜ਼ਰੂਰਤ ਨੂੰ ਵੀ ਮੈਂ ਪੂਰਾ ਕਰਨਾ ਹਾਲੇਲੂਇਆ ਹਾਲੇਲੂਇਆ ਸੋ ਪਿਆਰੇ ਜੀਓ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕੀਤਾ ਹੈ ਰਜਾਇਆ 5 रोटियां जिन्ना आशीष हो गए सारे लोग खा के की हो गए ने राज के तृप्त हो गए 12 टोकरे भी की हो गए बच गए हालेलुया हालेलुया लेकिन फिर ਅਸੀਂ ਵੇਖ ਸਕਦੇ ਹਾਂ ਜਦੋਂ ਐਡਾ ਵੱਡਾ ਚਮਤਕਾਰ ਹੋ ਗਿਆ ਸੋ ਕੀ ਹੋਇਆ ਪੜਾਂਗੇ ਜਲਦੀ ਪੜੋ ਉਹਦਾ 13 ਤੋਂ ਪੜੋ उन्होंने बटोरा और जो कि 5 रोटियों के टुकड़ों से जो खाने वालों से बच रहे थे 12 टोकरियां भरी तब जो आश्चर्य कर्म उसने कर दिखाया उसे वे लोग देखकर कहने लगे वह भविष्यवक्ता जो जगत में आने वाला था निश्चय यही है यीशु ये जानकर कि वे मुझे राजा बनाने के लिए पकड़ना चाहते हैं फिर पहाड़ पर अकेला चला गया। ਹਾਂਜੀ ਅਸੀਂ ਵੇਖ ਸਕਦੇ ਆ ਕਿ ਉਹਨਾਂ ਨੇ ਕੀ ਕੀਤਾ ਜਦੋਂ ਯਿਸੂ ਮਸੀਹ ਨੇ ਉਹਨਾਂ ਨੂੰ ਖਾਣਾ ਖਵਾਇਆ ਸੋ ਉਹਨਾਂ ਦੇ ਮਨ 'ਚ ਆ ਗਿਆ ਇਹਨੂੰ ਕੀ ਬਣਾਓ राजा बनाओ ਇਹਨੂੰ ਰਾਜਾ ਬਣਾਓ ਖਾਣਾ ਖਾ ਕੇ ਰੱਜ ਕੇ ਤ੍ਰਿਪਤ ਹੋ ਗਿਆ ਵੱਡਾ ਚਮਤਕਾਰ ਹੋ ਗਿਆ 5 ਰੋਟੀਆਂ 2 ਮੱਛੀਆਂ ਸੋ ਖਾਣਾ ਖਾ ਕੇ ਉਹਨਾਂ ਨੇ ਬੋਲਿਆ ਯਿਸੂ ਮਸੀਹ ਨੂੰ ਕੀ ਬਣਾ ਦਿਓ ਰਾਜਾ ਬਣਾਓ ਕਿਉਂਕਿ ਇਹ ਕੀ ਕਰੇਗਾ ਸਾਨੂੰ ਰੋਜ਼ ਖਾਣਾ ਕੀ ਕਰੇਗਾ ਖਵਾਏਗਾ ਰੋਜ਼ ਖਾਣਾ ਖਵਾਏਗਾ ਯਿਸੂ ਮਸੀਹ ਨੂੰ ਪਤਾ ਚੱਲ ਗਿਆ ਇਹਨਾਂ ਦੇ ਮਨ ਦਾ ਯੋਜਨਾ ਕੀ ਹੈ ਯਿਸੂ ਮਸੀਹ ਉੱਥੋਂ ਚਲੇ ਗਏ ਪਹਾੜ ਤੇ ਇਕੱਲੇ ਚਲੇ ਗਏ ਲੇਕਿਨ ਲੋਕ ਉਹਨਾਂ ਦੇ ਪਿੱਛੇ ਜਾ ਰਹੇ ਆ ਲੇਕਿਨ ਅਸੀਂ ਵੇਖ ਸਕਦੇ ਹਾਂ ਫਿਰ ਉਹਨਾਂ ਨੇ ਦੇਖਿਆ ਯਿਸੂ ਮਸੀਹ ਕਿੱਥੇ ਉਹਨਾਂ ਨੇ ਪੜ੍ਹ ਕੇ ਦੇਖੋ ਔਰ ਦਾ 24 ਆਇਤ ਨੂੰ ਪੜਾਂਗੇ ਹਾਂਜੀ ਪੜੋ ਸੋ ਜਾਂ ਲੋਕਾਂ ਨੇ ਵੇਖਿਆ ਜੋ ਇੱਥੇ ਨਾ ਯਿਸੂ ਹੈ ਅਤੇ ਨਾ ਉਸਦੇ ਚੇਲੇ ਹਨ ਤਾਂ ਉਹਨਾਂ ਬੇੜੀਆਂ ਉੱਤੇ ਚੜੇ ਔਰ ਯਿਸੂ ਦੀ ਭਾਲ ਵਿੱਚ ਕਫਰਨਹੂਮ ਨੂੰ ਆਏ ਹਾਂ ਕਿੱਥੇ ਪਹੁੰਚ ਗਿਆ ਕਫਰਨਹੂਮ ਤੱਕ ਵੀ ਯਿਸੂ ਮਸੀਹ ਦੇ ਪਿੱਛੇ ਕੀ ਉਹ ਜਾ ਰਿਹਾ ਸੋ ਪ੍ਰਭੂ ਯਿਸੂ ਮਸੀਹ ਨੇ ਦੇਖਿਆ ਕਿ ਇਹ ਕੀ ਹੈ ਪਿੱਛੇ ਮੈਨੂੰ ਲੱਭਦੇ ਆ ਰਹੇ ਸੋ ਯਿਸੂ ਮਸੀਹ ਨੂੰ ਪਤਾ ਸੀ ਜੇ ਤੁਸੀਂ ਪੜ੍ਹਨਾ ਉਹਦਾ ਔਰ 26 ਆਇਤ ਪੜੋ 26 ਆਇਤ ਹਾਂਜੀ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ ਆਖਦਾ ਹਾਂ ਤੁਸੀਂ ਮੈਨੂੰ ਇਸ ਲਈ ਨਹੀਂ ਭਾਲਦੇ ਜੋ ਤੁਸੀਂ ਨਿਸ਼ਾਨ ਵੇਖੇ ਪਰ ਇਸ ਲਈ ਜੋ ਤੁਸੀਂ ਉਹਨਾਂ ਰੋਟੀਆਂ ਵਿੱਚੋਂ ਖਾ ਕੇ ਰੱਜ ਗਏ ਕਿਉਂਕਿ ਤੁਸੀਂ ਤੁਹਾਨੂੰ ਖਾਣਾ ਮਿਲਿਆ ਇਸ ਲਈ ਤੁਸੀਂ ਮੈਨੂੰ ਕੀ ਕਰ ਰਹੇ ਜੇ ਲੱਭ ਰਹੇ ਮੇਰਾ ਭਾਲ ਕਰ ਰਹੇ ਖੁਦਾ ਦੇ ਲੋਕੋ ਅੱਜ ਬਹੁਤ ਸਾਰੇ ਲੋਕ ਆ ਅਸੀਂ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਚਾਹੁੰਦੇ ਆ ਜ਼ਰੂਰ ਹੈ ਮੈਂ ਬੋਲਿਆ ਖੁਦਾ ਸਾਡੀ ਜਿਸਮਾਨੀ ਜ਼ਰੂਰਤਾਂ ਨੂੰ ਕੀ ਕਰਦਾ ਵਾ ਪੂਰਾ ਕਰਦਾ ਲੇਕਿਨ ਬਹੁਤ ਸਾਰੇ ਲੋਕ ਹੈ
ਪ੍ਰਭੂ ਯਿਸੂ ਮਸੀਹ ਨੂੰ ਇਸੇ ਲਈ ਕਬੂਲ ਕਰਦੇ ਆ ਕਿ ਯਿਸੂ ਮਸੀਹ ਸਾਡੀ ਜਿਸਮਾਨੀ ਜ਼ਰੂਰਤਾਂ ਨੂੰ ਕੀ ਕਰਦਾ? ਪੂਰਾ ਕਰਦਾ। ਇਹ ਲੋਕ ਪਿੱਛੇ ਆ ਰਹੇ ਆ ਕਿਉਂ? ਕਿਉਂਕਿ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਖਵਾਇਆ ਹੈ? ਰੋਟੀ ਖਵਾਈ ਹੈ। ਰੋਟੀ, ਉਸ ਰੋਟੀ ਦੀ ਚਾਹ ਦੇ ਵਿੱਚੋਂ ਕੀ ਕਰ ਰਹੇ ਆ? ਲੱਭ ਰਹੇ ਆ, ਪਿੱਛੇ ਆ ਰਹੇ ਆ। ਯਾਰ ਅਸੀਜ਼ੋ, ਅੱਜ ਮੈਂ ਤੁਹਾਡੇ ਵਿੱਚ ਇੱਕ ਸਵਾਲ ਰੱਖਣਾ ਚਾਹਨਾ, ਅਸੀਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਕਿਉਂ ਚੱਲ ਰਹੇ? ਕੀ ਇਸੇ ਲਈ ਹੈ ਕਿ ਉਹ ਚਮਤਕਾਰ ਕਰਦਾ ਹੈ? ਕੀ ਇਸੇ ਲਈ ਹੈ ਕਿ ਉਹਨੇ ਸਾਡੀ ਬਿਮਾਰੀ ਨੂੰ ਚੰਗਾ ਕੀਤਾ? ਕੀ ਇਸੇ ਲਈ ਹੈ ਕਿ ਉਹਨੇ ਸਾਡਾ ਕਰਜ਼ਾ ਉਤਾਰਤਾ? ਜ਼ਰੂਰ ਹੈ, ਮੈਂ ਨਹੀਂ ਕਹਿੰਦਾ, ਜਿਸ ਤਰ੍ਹਾਂ ਵੱਡੇ ਪਾਸ਼ੀ ਹਮੇਸ਼ਾ ਬੋਲਦੇ ਆ, ਸਾਡੇ ਖਾਸ ਕਰ ਇੱਧਰ ਜ਼ਿਆਦਾਤਰ ਵੀ ਲੋਕ ਚਮਤਕਾਰ ਵੇਖ ਕੇ ਹੀ ਆਏ ਆ, ਜ਼ਰੂਰ ਹੈ। ਲੇਕਿਨ ਅੱਜ ਵੀ ਅਸੀਂ ਪਿੱਛੇ ਕਿਉਂ ਚੱਲ ਰਹੇ ਹਾਂ? ਕਿ ਅੱਜ ਵੀ ਸਾਡਾ ਮਕਸਦ ਸਿਰਫ ਜਿਸਮਾਨੀ ਆਸ਼ੀਸ਼ਾਂ ਪਾਣਾ ਹੀ ਹੈ? ਇਹਨਾਂ ਉਪਵਾਸ ਪ੍ਰਾਰਥਨਾ ਦੇ ਵਿੱਚ ਕੀ ਸਾਡਾ ਵਿਸ਼ਾ ਸਿਰਫ ਜਿਸਮਾਨੀ ਗੱਲਾਂ ਹੀ ਰੱਖਣਾ ਹੈ? ਖੁਦਾ ਦੇ ਲੋਕੋ, ਇੱਥੇ ਪ੍ਰਭੂ ਯਿਸੂ ਮਸੀਹ ਇੱਕ ਕੰਮ ਕਰ ਰਹੇ ਆ। ਕਿਉਂ ਉਹਨਾਂ ਨੇ ਉਹਦੇ ਪਿੱਛੇ ਜਾ ਰਹੇ? ਕਿਉਂਕਿ ਖਾਣਾ ਖਵਾਇਆ। ਕੀ ਅਸੀਂ ਵੀ ਆਪਣੀਆਂ ਜਿਸਮਾਨੀ ਲੋੜਾਂ ਦੇ ਲਈ ਹੀ ਪਿੱਛੇ ਜਾ ਰਹੇ? ਉਹਨਾਂ ਦਾ ਵਿਸ਼ਵਾਸ ਯਿਸੂ ਤੇ ਨਹੀਂ ਸੀ, ਉਹਨਾਂ ਦਾ ਵਿਸ਼ਵਾਸ ਕਿਤੇ ਸੀ? ਚਮਤਕਾਰ ਤੇ। ਕਿਤੇ? ਚਮਤਕਾਰ। ਕਿਉਂਕਿ ਉਹਨਾਂ ਨੇ ਉਸ ਅਚਾਰੇ ਕਰਮ ਨੂੰ ਦੇਖਿਆ, ਬਸ ਰੋਟੀ ਖਵਾਇਆ ਜੀ। ਕਿਉਂਕਿ ਉਸ ਸਮੇਂ ਸੱਚੀ ਬੋਲੀਏ ਯਹੂਦੀ ਲੋਕਾਂ ਦਾ ਬੁਰਾ ਹਾਲ ਸੀ, ਕਿਉਂਕਿ ਰੋਮੀ ਲੋਕਾਂ ਦੇ ਥੱਲੇ ਸੀ, ਕਾਫੀ ਉਹਨਾਂ ਦੀ ਪਰੇਸ਼ਾਨੀ ਦੇ ਵਿੱਚੋਂ ਗੁਜ਼ਰਨਾ ਪੈ ਰਹੇ ਸੀ। ਸੋ ਇਸ ਵੇਲੇ ਰੋਟੀ ਮਿਲਣਾ ਉਹਨਾਂ ਲਈ ਬੜਾ ਵੱਡੀ ਗੱਲ ਆ। ਸੋ ਖੁਦਾ ਦੇ ਲੋਕੋ, ਲੇਕਿਨ ਇੱਥੇ ਪ੍ਰਭੂ ਯਿਸੂ ਮਸੀਹ ਇੱਕ ਸ਼ਿਫਟ ਕਰਨਾ ਚਾਹੁੰਦੇ ਆ। ਕੀ ਹੈ? ਜਿਸਮਾਨੀ ਲੋੜ ਦੇ ਲਈ ਉਹ ਆਏ, ਜਿਸਮਾਨੀ ਲੋੜ ਪੂਰਾ ਹੋ ਗਿਆ, ਲੇਕਿਨ ਉਹਨਾਂ ਦਾ ਧਿਆਨ ਹੁਣੇ ਵੀ ਕਿੱਧਰ ਹੀ ਹੈ? ਜਿਸਮਾਨੀ ਗੱਲਾਂ ਵੱਲ। ਲੇਕਿਨ ਪ੍ਰਭੂ ਯਿਸੂ ਮਸੀਹ ਉਹਨਾਂ ਦਾ ਧਿਆਨ ਜਿਸਮਾਨੀ ਗੱਲਾਂ ਤੋਂ ਵੱਧ ਕੇ ਆਤਮਿਕ ਗੱਲਾਂ ਵੱਲ ਲੈ ਕੇ ਜਾਣਾ ਚਾਹੁੰਦੇ ਆ। ਸਿਰਫ ਆਤਮਿਕ, ਸਿਰਫ ਜਿਸਮਾਨੀ ਗੱਲਾਂ ਨਹੀਂ, ਜ਼ਰੂਰ ਹੈ ਖੁਦਾ ਪੂਰਾ ਕਰੇਗਾ, ਉਹ ਚ ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਵਚਨ ਚ ਲਿਖਿਆ, ਪਹਿਲੋ ਮੇਰੇ ਰਾਜ ਅਤੇ ਬਾਦਸ਼ਾਹ ਦੀ ਖੋਜ ਕਰੋ, ਬਾਕੀ ਸਾਰੀਆਂ ਬਰਕਤਾਂ ਤੁਹਾਡੇ ਪਿੱਛੇ ਬਹਿ ਕੇ ਮਿਲੇਗੀਆਂ। ਜ਼ਰੂਰ ਹੈ ਅਸੀਂ ਜਿਸਮਾਨੀ ਗੱਲਾਂ ਦੇ ਲਈ, ਜਿਸਮਾਨੀ ਜ਼ਰੂਰਤਾਂ ਲਈ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ, ਕਬੂਲ ਕੀਤਾ। ਲੇਕਿਨ ਮੈਂ ਇਹ ਕਹਿਣਾ ਚਾਹਨਾ, ਅਸੀਂ ਉੱਥੇ ਹੀ ਨਾ ਰੁਕੀਏ, ਲੇਕਿਨ ਇੱਕ ਸਟੈਪ ਅੱਗੇ। ਯਿਸੂ ਮਸੀਹ ਇੱਕ ਸ਼ਿਫਟ ਲੈ ਕੇ ਆਣਾ ਚਾਹੁੰਦੇ ਆ, ਇੱਕ ਪਰਿਵਰਤਨ, ਇੱਕ ਬਦਲਾਵ। ਤੁਸੀਂ ਸਿਰਫ ਜਿਸਮਾਨੀ ਰੋਟੀ ਦੇ ਲਈ ਮੇਰੇ ਪਿੱਛੇ ਆ ਰਹੇ ਜੇ, ਲੇਕਿਨ ਮੈਂ ਜੀਵਨ ਦੀ ਰੋਟੀ ਹਾਂ। ਹਾਲੇਲੂਇਆ। ਮੈਂ ਕਦੀ ਰੋਟੀ ਹਾਂ? ਜੀਵਨ ਦੀ ਰੋਟੀ। ਜੀਵਨ ਦੀ ਰੋਟੀ ਹਾਂ। ਇਸ ਹਾਲਾਤ, ਐਸੇ ਇੱਕ ਹਾਲਾਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜੀਵਨ ਦੀ ਰੋਟੀ ਮੈਂ ਹਾਂ। ਪਿਆਰੇ ਸੀਜ਼ੋ, ਔਰ ਉਹ ਪਿੱਛੇ ਆ ਰਹੇ ਆ। ਔਰ ਵੇਖੋ ਇੱਥੇ ਬੜੇ ਗੱਲਾਂ ਹੋ ਰਹੇ ਆ, ਸਾਰਾ ਗੱਲਾਂ ਨਹੀਂ, ਮੈਂ ਜ਼ਿਆਦਾ ਨਹੀਂ ਜਾਣਨਾ ਚਾਹੁੰਦਾ, ਲੇਕਿਨ ਮੈਂ ਮੇਨ ਗੱਲਾਂ ਵਿੱਚ ਬੋਲਣਾ ਚਾਹਾਂਗਾ। ਸੋ ਉਹਨਾਂ ਨੇ ਕੀ ਕੀਤਾ? ਯਿਸੂ ਮਸੀਹ ਨੇ ਕਿਹਾ, ਨਾ ਆਸਮਾਨ ਰੋਟੀ ਮਗਰ ਨਾ ਭਜੋ, ਲੇਕਿਨ ਸੋ ਉਸ ਸਵਰਗੀ ਰੋਟੀ ਮਗਰ ਕੀ ਕਰੋ? ਭਜੋ। ਸੋ ਉਹਨਾਂ ਨੇ ਬੋਲਿਆ ਕੀ ਹੈ? ਔਰ ਤੁਸੀਂ ਪੜ੍ਹ ਕੇ ਦੇਖੋ, 30 ਆਇਤ ਪੜ੍ਹੋ। ਹਾਂਜੀ। ਤਾਂ ਉਹਨਾਂ ਉਸ ਨੂੰ ਆਖਿਆ, ਫੇਰ ਤੂੰ ਕਿਹੜੀ ਨਿਸ਼ਾਨ ਵਿਖਾਲਦਾ ਹੈ ਜੋ ਅਸੀਂ ਵੇਖ ਕੇ ਤੇਰੀ ਪ੍ਰਤੀਤ ਕਰੀਏ? ਤੂੰ ਕੀ ਕਰਮ ਕਰਦਾ ਹੈ? ਸਾਡੇ ਵੱਡਿਆਂ ਨੇ ਉਜਾੜ ਵਿੱਚ ਮਨ ਖਾਦਾ, ਜਿਵੇਂ ਲਿਖਿਆ ਹੋਇਆ ਹੈ ਕਿ ਉਸਨੇ ਉਹਨਾਂ ਨੂੰ ਆਕਾਸ਼ੋਂ ਰੋਟੀ ਖਾਣ ਨੂੰ ਦਿੱਤੀ। ਉਪਰੰਤ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੂਸਾ ਨੇ ਤੁਹਾਨੂੰ ਆਕਾਸ਼ੋਂ ਰੋਟੀ ਨਹੀਂ ਦਿੱਤੀ, ਪਰ ਮੇਰਾ ਪਿਤਾ ਤੁਹਾਨੂੰ ਸੁਰਗੋਂ ਸੱਚੀ ਰੋਟੀ ਦਿੰਦਾ ਹੈ। ਕਿਉਂਕਿ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸੁਰਗੋਂ ਉਤਰਦੀ ਅਤੇ ਸੰਸਾਰ ਨੂੰ ਜੀਉਣ ਦਿੰਦੀ ਹੈ। ਤਾਂ ਉਹਨਾਂ ਨੇ ਉਸ ਨੂੰ ਆਖਿਆ, ਪ੍ਰਭੂ ਜੀ ਸਾਨੂੰ ਸਦਾ ਇਹ ਰੋਟੀ ਦਿਆ ਕਰੋ। ਯਿਸੂ ਨੇ ਉਹਨਾਂ ਨੂੰ ਆਖਿਆ, ਜੀਉਣ ਦੀ ਰੋਟੀ ਮੈਂ ਹਾਂ। ਹਾਲੇਲੂਇਆ। ਹਾਲੇਲੂਇਆ। ਯਹੂਦੀ ਲੋਕ ਪੁਰਾਣੇ ਸਮੇਂ ਨੂੰ ਯਾਦ ਕਰਨ ਲੱਪੇ, ਬੋਲਦੇ ਸਾਡੇ ਬਾਪ ਦਾਦਿਆਂ ਨੇ ਮੰਨਾ ਖਾਦਾ ਸੀ, ਤੂੰ ਵੀ ਕੀ ਸਾਨੂੰ ਚਿੰਨ ਦਿਖਾ। ਸਾਨੂੰ ਕੀ ਹੈ? ਯਿਸੂ ਮਸੀਹ ਨੇ ਕਿਹਾ, ਮੈਂ ਤੁਹਾਨੂੰ ਉਹ ਰੋਟੀ ਦਵਾਂਗਾ ਜਿਹੜਾ ਤੁਹਾਨੂੰ ਸਦਾ ਦਾ ਜੀਵਨ ਕੀ ਕਰੇਗਾ? ਮਿਲੇਗਾ। ਮੇਰਾ ਪਿਤਾ ਉਹ ਦਿੰਦਾ, ਮੂਸਾ ਨੇ ਨਹੀਂ ਖਵਾਇਆ, ਲੇਕਿਨ ਮੇਰੇ ਪਿਤਾ ਨੇ ਦਿੱਤਾ। ਐਸੇ ਹਾਲਾਤ ਦੇ ਵਿੱਚ ਯਿਸੂ ਨੇ ਕਿਹਾ, ਜੀਵਨ ਦੀ ਰੋਟੀ ਮੈਂ ਹਾਂ। ਉਹਨਾਂ ਨੇ ਬੋਲਿਆ, ਰੋਟੀ ਸਾਨੂੰ ਦੇ, ਜੀਵਨ ਦੀ ਰੋਟੀ ਮੈਂ ਹਾਂ। ਪਿਆਰੇ ਜੀਜੋ, ਸਭ ਤੋਂ ਪਹਿਲੀ ਗੱਲ, ਪ੍ਰਭੂ ਯਿਸੂ ਮਸੀਹ ਦੁਨੀਆ 'ਚ ਸੀ, ਉਹਨਾਂ ਨੇ ਇੱਕ ਸਧਾਰਨ ਐਗਜ਼ਾਮਪਲ ਇਸਤੇਮਾਲ ਕੀਤੇ ਤਾਂ ਕਿ ਲੋਕਾਂ ਨੂੰ ਕੀ ਆਏ? ਸਮਝ ਆਏ। ਵੱਡੀਆਂ ਗੱਲਾਂ ਨਹੀਂ ਬੋਲੇ, ਲੇਕਿਨ ਇੱਕ ਸਿੰਪਲ ਗੱਲਾਂ। ਇੱਥੇ ਵੀ ਯਿਸੂ ਮਸੀਹ ਨੇ ਕਿਹਾ, ਜੀਵਨ ਦੀ ਰੋਟੀ ਮੈਂ ਹਾਂ। ਧਿਆਨ ਸੁਣੋ। ਔਰ ਯਹੂਦੀ ਸਮਾਜ ਦੇ ਵਿੱਚ ਜਾਂ ਜ਼ਿਆਦਾਤਰ ਵੀ ਪੂਰੇ ਸੰਸਾਰ ਵਿੱਚ ਰੋਟੀ ਇੱਕ ਕਾਮਨ ਫੂਡ ਹੈ ਨਾ ਜੀ। ਹਰ ਘਰ ਅੱਜ ਕੀ ਬਣਦਾ? ਰੋਟੀ। ਕਿਸੇ ਹੋ ਸਕਦਾ ਨਹੀਂ ਬਣਦਾ ਹੋਵੇ, ਮੈਨੂੰ ਪਤਾ ਨਹੀਂ, ਲੇਕਿਨ ਜ਼ਿਆਦਾਤਰ ਵੀ ਘਰ ਅੱਜ ਕੀ ਬਣਦਾ? ਰੋਟੀ ਬਣਦਾ। ਔਰ
ਯਹੂਦੀ ਲੋਕ ਵੀ ਰੋਟੀ ਦੇ ਨਾਲ ਬੜੇ ਤਰ੍ਹਾਂ ਵਾਕਫ, ਅੱਛੇ ਢੰਗ ਨਾਲ ਕੀ ਸਨ? ਵਾਕਫ ਸਨ, ਬੜੇ ਅੱਛੇ ਢੰਗ ਨਾਲ ਵਾਕਫ ਸਨ। ਔਰ ਉਹਨਾਂ ਦੇ ਵੀ ਜ਼ਿਆਦਾ, ਉਹਨਾਂ ਦੇ ਵੀ ਸਮਾਜ ਦੇ ਵਿੱਚ ਜ਼ਿਆਦਾ ਕੀ ਚੱਲਦੀ ਹੈ? ਰੋਟੀ ਚੱਲਦੀ, ਰੋਟੀ ਚੱਲਦਾ। ਸੋ ਵਚਨ 'ਚ ਲਿਖਿਆ, ਯਿਸੂ ਮਸੀਹ ਇੱਥੇ ਕਹਿ ਰਿਹਾ ਜੀਵਨ ਦੀ ਰੋਟੀ ਮੈਂ ਹਾਂ, ਤਾਂ ਕਿ ਉਹਨਾਂ ਨੂੰ ਸਮਝ ਆ ਸਕੇ ਕਿ ਪਿਆਰੇ ਜੀਜੋ ਦੇਖੋ, ਸਾਡੇ ਘਰਾਂ ਵਿੱਚ ਸਬਜ਼ੀ ਰੋਜ਼ ਅਲੱਗ ਬਣਦੀ ਹੈ, ਲੇਕਿਨ ਰੋਟੀ ਇੱਕੋ ਜਿਹੀ ਬਣਦੀ। ਬੋਲੋ ਜੀ, ਰੋਟੀ ਕੀ ਹੈ ਜੀ? ਇੱਕੋ ਹੀ ਬੰਦੀ। ਸਬਜ਼ੀ ਰੋਜ਼ ਵੱਖਰਾ ਵੱਖਰਾ ਬਣੇਗਾ, ਸਾਰਿਆਂ ਨੂੰ ਪਤਾ ਹੈ। ਸਬਜ਼ੀ ਵੱਖਰਾ ਵੱਖਰਾ ਬਣੇਗਾ, ਲੇਕਿਨ ਰੋਟੀ ਕੀ ਹੈ? ਇੱਕੋ ਹੀ ਬੰਦੀ, ਇੱਕੋ ਜਿਹਾ ਹੀ ਬਣਦਾ, ਉਹਦੇ 'ਚ ਕੋਈ ਚੇਂਜ ਨਹੀਂ ਹੁੰਦਾ। ਨਹੀਂ ਹੈ। ਇਸੇ ਤਰ੍ਹਾਂ ਹੀ ਹੈ ਉਹ ਰੋਟੀ ਅਭਿੰਨ ਅੰਗ ਆ। ਰੋਟੀ ਬਹੁਤ ਹੀ ਕੀ ਹੈ? ਜ਼ਰੂਰੀ ਹੈ। ਇਸੇ ਤਰ੍ਹਾਂ ਯਿਸੂ ਮਸੀਹ ਉੱਥੇ ਕਹਿ ਰਿਹਾ ਸੀ ਜੀਵਨ ਦੀ ਰੋਟੀ ਮੈਂ ਹਾਂ, ਮੈਂ ਹਾਂ। ਅਰਥਾਤ ਜਿਵੇਂ ਇੱਕ ਖਾਣੇ ਵਿੱਚ ਰੋਟੀ ਦੀ ਲੋੜ ਹੈ, ਉਸੇ ਤਰ੍ਹਾਂ ਹੀ ਤੁਹਾਡੇ ਜੀਵਨ ਦੇ ਵਿੱਚ ਯਿਸੂ ਦੀ ਕੀ ਹੈ? ਲੋੜ ਹੈ। ਹਾਲੇਲੂਇਆ, ਹਾਲੇਲੂਇਆ। ਨਿਰਾ ਸਬਜ਼ੀ ਖਾ ਕੇ ਕੋਈ ਢਿੱਡ ਨਹੀਂ ਭਰਦਾ। ਬੋਲੋ ਜੀ, ਸਹੀ ਬੋਲਦਾ? ਨਿਰਾ ਸਬਜ਼ੀ ਖਾ ਕੇ ਢਿੱਡ ਨਹੀਂ ਭਰਦਾ, ਢਿੱਡ ਨਹੀਂ ਭਰੇਗਾ। ਔਰ ਸਬਜ਼ੀ ਬਦਲੇਗਾ, ਲੇਕਿਨ ਰੋਟੀ ਇੱਕੋ ਜਾਈ। ਇਸੇ ਤਰ੍ਹਾਂ ਹੀ ਸਾਨੂੰ ਯਿਸੂ ਦੀ ਕੀ ਹੈ? ਲੋੜ। ਹਾਲੇਲੂਇਆ, ਯਿਸੂ ਦੀ ਲੋੜ ਹੈ। ਜਿਵੇਂ ਇੱਕ ਖਾਣੇ ਵਿੱਚ ਰੋਟੀ ਦੀ ਲੋੜ ਹੈ, ਉਸੇ ਤਰ੍ਹਾਂ ਯਿਸੂ ਦੀ। ਔਰ ਇਸ ਤਰ੍ਹਾਂ ਮੈਂ ਕਿਤਾਬ ਪੜ੍ਹ ਰਹੀ ਸੀ, ਉਸੇ ਤਰ੍ਹਾਂ ਲਿਖਿਆ, ਬੋਲਦੇ ਸਾਡੇ ਘਰਾਂ 'ਚ ਮੀਟ ਕਦੀ ਕਦੀ ਬਣਦਾ। ਬੋਲੋ ਜੀ, ਮੀਟ ਕਦੀ ਕਦੀ ਬਣਦਾ, ਕਦੀ ਕਦੀ ਬਣਦਾ। ਉਹਨੇ ਲੇਖਕ ਨੇ ਵਾਲੇ ਨੇ ਇਸ ਤਰ੍ਹਾਂ ਲਿਖਿਆ, ਕਹਿੰਦਾ ਮੁਕਤੀ ਅਤੇ ਪਰਮੇਸ਼ਰ ਦਾ ਰਿਸ਼ਤਾ, ਪਰਮੇਸ਼ਰ ਦੇ ਨਾਲ ਰਿਸ਼ਤਾ ਇੱਕ ਮੀਟ ਵਰਗੂ ਨਹੀਂ ਹੈ, ਲੇਕਿਨ ਮੁਕਤੀ ਅਤੇ ਪਰਮੇਸ਼ਰ ਦਾ ਰਿਸ਼ਤਾ, ਪਰਮੇਸ਼ਰ ਦੇ ਨਾਲ ਸਾਡਾ ਰਿਸ਼ਤਾ ਰੋਟੀ ਵਰਗਾ ਹੋਣਾ ਚਾਹੀਦਾ। ਕਿਹਦੇ ਵਰਗਾ? ਰੋਟੀ ਵਰਗਾ। ਕਿਹਦੇ ਵਰਗਾ? ਰੋਟੀ ਵਰਗਾ। ਮੀਟ ਤੇ ਕਿਦਾਂ ਬਣੇਗਾ? ਕਦੀ ਕਦੀ, ਲੇਕਿਨ ਰੋਟੀ ਰੋਜ਼ ਬਣਨਾ। ਇਸੇ ਤਰ੍ਹਾਂ ਸਾਡਾ ਪਰਮੇਸ਼ਰ ਦੇ ਨਾਲ ਰਿਸ਼ਤਾ ਰੋਜ਼ ਦਾ ਰਿਸ਼ਤਾ ਹੋਣਾ ਚਾਹੀਦਾ। ਹਾਲੇਲੂਇਆ, ਹਾਲੇਲੂਇਆ। ਪਿਆਰੇ ਜੀਜੋ ਯਾਦ ਰੱਖਣਾ, ਯਿਸੂ ਤੋਂ ਬਗੈਰ ਹਾਲੇਲੂਇਆ ਕੋਈ ਜੀਵਨ ਨਹੀਂ ਹੈ। ਯਿਸੂ ਨੇ ਕਿਹਾ, ਉਹਨਾਂ ਯਹੂਦੀ ਲੋਕਾਂ ਵਿੱਚ ਖੜੇ ਹੋ ਕੇ ਯਿਸੂ ਮਸੀਹ ਕਹਿ ਰਿਹਾ ਸੀ ਜੀਵਨ ਦੀ ਰੋਟੀ ਮੈਂ ਹਾਂ। ਅਰਥਾਤ ਮੇਰੇ ਬਗੈਰ ਕੋਈ ਵੀ ਮੁਕਤੀ ਨੂੰ ਹਾਸਿਲ ਕਰ ਨਹੀਂ ਸਕਦਾ। ਜੇ ਮੁਕਤੀ ਨੂੰ ਪਾਣਾ ਹੈ, ਉਹਦਾ ਰਸਤਾ ਮੈਂ ਹੀ ਹਾਂ, ਉਹ ਰੋਟੀ ਮੈਂ ਹਾਂ, ਉਹ ਰੋਟੀ ਮੈਂ ਹਾਂ। ਖੁਦਾ ਦੇ ਲੋਕੋ, ਪਿਛਲੇ ਦਿਨਾਂ 'ਚ ਲੋਕਡਾਊਨ ਹੋ ਗਿਆ। ਸੋ ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਆਪਣੇ ਭੈਣ ਭਰਾਵਾਂ ਦਾ ਫਿਕਰ। ਸੋ ਜਦੋਂ ਲੋਕਡਾਊਨ ਹੋ ਗਿਆ, ਮੈਨੂੰ ਵੀ ਥੋੜਾ ਜਿਹਾ ਆਪਣੀ ਕਲੀਸਿਆ ਦਾ ਬੜਾ ਫਿਕਰ ਹੋ ਗਿਆ। ਮੈਂ ਕਿਹਾ ਹਾਏ ਪਤਾ ਨਹੀਂ ਕਿਸ ਤਰ੍ਹਾਂ ਚੱਲੇਗਾ ਸਿਸਟਮ, ਕਿਉਂਕਿ ਸਭ ਕੁਝ ਹੀ ਬੰਦ ਹੋ ਗਿਆ, ਸਭ ਕੁਝ ਹੀ ਕਿਸ ਤਰ੍ਹਾਂ ਚੱਲੇਗਾ ਸਿਸਟਮ। ਲੇਕਿਨ ਥੋੜਾ ਬਾਅਦ ਮੈਨੂੰ ਫੋਨ ਆਇਆ, ਪਾਸ਼ਾ ਜੀ ਸਾਨੂੰ ਸਾਰਿਆਂ ਨੂੰ ਕਣਕ ਮਿਲ ਗਈ। ਸਾਨੂੰ ਕੀ ਮਿਲ ਗਈ ਹੈ? ਕਣਕ ਮਿਲ ਗਈ, ਕਣਕ ਮਿਲ ਗਿਆ। ਸੋ ਮੇਰੇ ਮਨ 'ਚ ਇੱਕ ਬੜਾ ਹੌਸਲਾ ਹੋ ਗਿਆ, ਮੇਰੇ ਮਨ 'ਚ ਇੱਕ ਸ਼ਾਂਤੀ ਹੋ ਗਈ। ਕੋਈ ਗੱਲ ਨਹੀਂ, ਹੁਣ ਕੋਈ ਗੱਲ ਨਹੀਂ, ਸਬਜ਼ੀ ਤੋਂ ਬਗੈਰ ਚੱਲੇਗਾ, ਲੇਕਿਨ ਰੋਟੀ ਜ਼ਰੂਰ ਖਾਣਗੇ। ਹਾਲੇਲੂਇਆ, ਭਾਵੇਂ ਲੂਣ ਪਾ ਕੇ ਖਾ ਲੈਣ, ਲੇਕਿਨ ਰੋਟੀ ਜ਼ਰੂਰ ਖਾ ਲੈ। ਲੇਕਿਨ ਮੈਂ ਵਿਸ਼ਵਾਸ ਕਰਦਾ ਲੋਕਡਾਊਨ 'ਚ ਰੋਟੀ ਨਹੀਂ ਚੱਲੀ, ਨਹੀਂ ਪਾਰਟੀਆਂ ਹੋਈਆਂ ਨੇ। ਬੜੇ ਜਗ੍ਹਾ ਤੇ ਗਵਾਈ ਤੇ ਪਾਸ਼ਾ ਜੀ ਅਸੀਂ ਤੇ ਵਧੀਆ ਖਾਣਾ ਹੈ, ਲੇਕਿਨ ਇਹੀ ਖੁਦਾ ਦਾ ਵਫਾਦਾਰੀ ਹੈ। ਹਾਲੇਲੂਇਆ। ਪਿਆਰੇ ਜੀਜੋ, ਸ਼ੇਰ ਬੱਚਿਆਂ ਨੂੰ ਭੁੱਖ ਲੈ ਕੱਢ ਪਏਗਾ, ਲੇਕਿਨ ਮੇਰੇ ਤਾਲਬਾਂ ਨੂੰ ਕਿਸੇ ਚੀਜ਼ ਦੀ ਵੀ ਥੋੜ ਨਹੀਂ ਹੋਵੇਗੀ, ਨਹੀਂ ਹੋਵੇਗਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਨੇ ਸਾਡੀ ਸਾਰੀਆਂ ਜ਼ਰੂਰਤਾਂ ਨੂੰ ਕੀ ਕੀਤਾ ਹੈ? ਪੂਰਾ। ਅੱਜ ਜੇਕਰ ਇੱਥੇ ਕੋਈ ਵੀ ਬੈਠਾ, ਤੁਸੀਂ ਪਹਿਲੀ ਵਾਰ ਆਏ ਜੇ, ਹਾਲੇਲੂਇਆ, ਪਿਆਰੇ ਜੀਜੋ ਮੈਂ ਤੁਹਾਨੂੰ ਬੋਲਣਾ ਚਾਹਨਾ, ਤੈਨੂੰ ਯਿਸੂ ਦੀ ਲੋੜ ਹੈ। ਹਾਲੇਲੂਇਆ, ਮੇਰਾ ਯਿਸੂ ਜੀਵਨ ਦੀ ਰੋਟੀ ਹੈ। ਹਾਲੇਲੂਇਆ। ਹੋਰ ਨਾ ਰੋਟੀਆਂ ਮਗਰ ਨਾ ਭੱਜ, ਹੋਰ ਨਾ और किया दूसरा मगर ना पाज, लेकिन यीशु ही जीवन दी रोटी है। हालेलुया, हालेलुया। वो तेनू सदा दा जीवन दे सकदा। उन्हें कहा जो कोई मेरे पीछे आएगा वो कभी भी और कहिए वो भुखा नहीं है लेकिन संतुष्ट होएगा। आमीन। आज जे इत्थे कोई भी पहली बार आया, मैं तेनू ये बोलना चाहना, तेनू यीशु दी लोड़ है। हालेलुया, हालेलुया। आज तौबा करना, आज तौबा करना, अपना जीवन यीशु ਨੂੰ ਦੇਣਾ, ਤੇਰੇ ਜੀਵਨ ਦਾ ਅਸੰਤੁਸ਼ਟੀਪਨ ਦੂਰ ਹੋਏਗਾ, ਪ੍ਰਭੂ ਤੇਰੇ ਜੀਵਨ 'ਚ ਸੰਤੁਸ਼ਟੀ ਲੈ ਕੇ ਆਏਗਾ। ਹਾਲੇਲੂਇਆ। ਯੀਸ਼ੂ ਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ। ਅੱਛਾ ਹੁਣ ਧਿਆਨ ਨਾਲ ਸੁਣਨਾ, ਲੇਕਿਨ ਜੇਕਰ ਇੰਗਲਿਸ਼ ਦੇ ਵਿੱਚ ਪੜ੍ਹੀਏ ਉੱਥੇ ਲਿਖਿਆ ਆਈ ਐਮ ਦਾ ਬ੍ਰੈਡ ਆਫ ਲਾਈਫ। ਧਿਆਨ ਨਾਲ ਸੁਣਨਾ, ਕੀ ਹੈ? ਆਈ ਐਮ ਦਾ ਬ੍ਰੈਡ ਆਫ ਲਾਈਫ। ਦੇਖੋ ਧਿਆਨ ਨਾਲ ਸੁਣਨਾ। ਸੋ ਜੇਕਰ ਕੋਈ ਤੁਸੀਂ ਬੁਰਾ ਨਹੀਂ ਮੰਨਣਾ, ਲੇਕਿਨ ਮੈਂ ਸਮਝਾਉਂਗਾ। ਸੋ ਜੇਕਰ ਕਿਸੇ ਨੂੰ ਸਮਝ ਨਾ ਆਵੇ, ਲੇਕਿਨ ਧਿਆਨ ਨਾਲ ਸੁਣੋ। ਇੰਗਲਿਸ਼ ਦੇ ਵਿੱਚ ਔਰ ਡਿਟਰਮਾਈਨਸ ਹੁੰਦੇ ਆ, ਉਹਦੇ ਵਿੱਚ ਆਰਟੀਕਲ ਹੁੰਦੇ ਆ। 3 ਪ੍ਰਕਾਰ ਦੇ ਆਰਟੀਕਲ ਹੈ, ਏ ਐਂਡ ਦਾ। ਮੈਨੂੰ ਪਤਾ ਥੋੜਾ ਜਿਹਾ ਜੇ ਪੜ੍ਹੇ ਲਿਖੇ ਬੱਚੇ ਉਹ ਸਮਝ ਆਣਗੇ, ਲੇਕਿਨ ਕੋਈ ਗੱਲ ਨਹੀਂ, ਤੁਸੀਂ ਬੁਰਾ ਨਹੀਂ ਮੰਨਣਾ, ਪਤਾ ਨਹੀਂ ਬੋਲਣਾ ਪਾਸਟਰ ਜੀ ਕੀ ਬੋਲੀ ਜਾਂਦੇ ਆ, ਲੇਕਿਨ ਮੈਂ ਸਮਝਾਵਾਂਗਾ। ਏ ਐਨ ਅਤੇ ਦਾ।
ਸੋ ਜਿਹੜਾ ਏ ਤੇ ਐਨ ਹੈ ਉਹ ਇਨਡੈਫੀਨਿਟ ਹੈ, ਲੇਕਿਨ ਜਿਹੜਾ ਦਾ ਹੈ ਉਹ ਡੈਫੀਨਿਟ ਹੈ। ਅਰਥਾਤ ਇਹਦਾ ਅਰਥ ਕੀ ਹੈ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਯਿਸੂ ਮਸੀਹ ਨੇ ਇਹ ਨਹੀਂ ਕਿਹਾ ਆਈ ਐਮ ਏ ਬ੍ਰੈਡ ਆਫ ਲਾਈਫ, ਮੈਂ ਵੀ ਇੱਕ ਜੀਵਨ ਦੀ ਰੋਟੀ ਹਾਂ ਨਾ, ਇਹ ਨਹੀਂ ਕਿਹਾ ਆਈ ਐਮ ਏ ਬ੍ਰੈਡ ਆਫ ਲਾਈਫ। ਯਾਨੀ ਕਿ ਇਹਦਾ ਅਰਥ ਇਹ ਵੀ ਹੈ ਕਈ ਰੋਟੀਆਂ ਵਿੱਚੋਂ ਮੈਂ ਵੀ ਇੱਕ ਰੋਟੀ ਹਾਂ, ਪਾਰਟਿਕੂਲਰ ਨਹੀਂ ਹੈ। ਉਹਦਾ ਅਰਥ ਹੈ ਵਿਸ਼ੇਸ਼, मतलब खास नहीं है। आई एम ए यानी कि कोई भी हो सकता। सो यीशु मसीह भी होते कह ये नहीं क्या, ये शब्द इस्तेमाल नहीं होया आई एम ए ब्रेड ऑफ, यानी कि मैं भी एक रोटी हाँ, ये नहीं क्या। लेकिन यीशु मसीह ने क्या, ध्यान सुनो, सच्चाई बोलदा वा, थोड़ा जा साडे पंजाबी ते हिंदी च ओदा ਜਿਹੜਾ ਤਰਜਮਾ ਸਹੀ ਨਹੀਂ ਹੋਇਆ, लेकिन इंग्लिश च लिखा आई एम द ब्रेड ऑफ लाइफ, अर्थात जीवन दी रोटी मैं ही हाँ। हालेलुया, और कोई रोटी है ही नहीं है, कोई ऐसी रोटी नहीं है जड़ा तेरा भुख नूं मिटा सके, कोई ऐसी रोटी नहीं है जो तानू मुक्ति दा दान दे सके, कोई ऐसी रोटी नहीं है जो तानू संतुष्ट कर सके। तुम जाओगे लेकिन तारे जीवन च असंतुष्टि होएगा, लेकिन यीशु पीछे चल के एक संतुष्टि है। हालेलुया, आई एम द ब्रेड ऑफ लाइफ, अर्थात डेफिनेट है कि मैं ही रोटियां, और कोई रोटी है ही नहीं है। हालेलुया, सो रोटी नहीं है, लिखा मैं जीवन दी रोटियां। हालेलुया, मैं ही जीवन दी रोटियां। प्यारे जीजो, जेकर इत्थे कोई भी होर भी बैठा वा, तुसी बड़ी जगह भज रहे जे, तुसी सोच रहे शायद उत्थे जाके संतुष्टि है, तुसी सोचा चलो गिरजे भी जाके वेख लिए, लेकिन आज हालेलुया खुदा दा कलाम सुनो, यीशु ही जीवन दी रोटी है, यीशु ही तेनू संतुष्ट कर सकदा है, यीशु ही तेरियां सारियां जरूरतां नू पूरा कर सकता है, और कोई भी नहीं कर सकता, और कोई नहीं। ਧੰਨਵਾਦ ਧੰਨਵਾਦ। हर चीज और कोई नहीं। He is the bread of life। हालेलुया, हालेलुया। वो ही जीवन दी रोटी है। हालेलुया। ਹਾਲੇਲੂਇਆ। सा कई रोटी आज समस्या आई है, ਤੁਸੀਂ ਜਿੰਨਾ ਚਿਰ ਕੋ ਹਾਂਜੀ ਯੀਸ਼ੂ ਵੀ ਇੱਕ ਜੀਵਨ ਦੀ ਰੋਟੀ, ਲੋਕ ਬੜੇ ਖੁਸ਼ ਹੋ ਜਾਣਗੇ। ਹਾਂਜੀ ਇਹ ਵੀ ਸਾਡੇ ਨਾਲ ਰਲ ਗਿਆ ਵਾ, ਇਹ ਵੀ ਸਾਡੇ ਨਾਲ ਮਿਲ ਗਿਆ, ਬਿਲਕੁਲ ਸਹੀ ਹੈ, ਯੀਸ਼ੂ ਵੀ ਕਈਆਂ ਵਿੱਚੋਂ ਇੱਕ ਹੈ। ਲੇਕਿਨ ਜਦੋਂ ਤੁਸੀਂ ਕਿਹਾ ਯੀਸ਼ੂ ਹੀ ਹੈ, ਲੋਕ ਖਿਲਾਫ ਹੋਣਗੇ। ਲੇਕਿਨ ਘਬਰਾਣਾ ਨਹੀਂ, ਇਹ ਸਾਡੀ ਗੱਲ ਨਹੀਂ ਹੈ, ਇਹ ਸਾਡਾ ਗੱਲਾਂ ਨਹੀਂ ਨੇ, ਇਹ ਸਾਡੇ ਯੀਸ਼ੂ ਦੀਆਂ ਗੱਲਾਂ ਨੇ। ਹਾਲੇਲੂਇਆ, ਦਲੇਰੀ ਦੇ ਨਾਲ ਬੋਲਣਾ ਯੀਸ਼ੂ ਮਸੀਹ ਹੀ ਜੀਵਨ ਦੀ रोटी है। ਯਾਰ ਜਦੋਂ ਛੋਟੇ ਬੱਚਿਆਂ ਦੀ ਇੱਕ ਪਜ਼ਲ ਗੇਮ ਆਂਦੀ, ਪਜ਼ਲ ਗੇਮ, और जिथे टुकड़ा लगना होवे उत्थे ही लगना, जिथे टुकड़ा लगना है उत्थे ही लगना, उत्थे लगना, दूसरा टुकड़ा नहीं लगेगा। यार जिसो इंसान दे अंदर जो खालीपन है, इंसान दे अंदर जो मुक्ति दा भुख है, वो होर कोई बुझा नहीं सकदा, सिर्फ और सिर्फ यीशु। हालेलुया, हालेलुया। तेरे दिल दा उस पजल दे विच जो यीशु ही टुकड़ा लग के पूरा होएगा। हालेलुया, हालेलुया। यीशु नाम दा टुकड़ा लग के ही पूरा होएगा। लेकिन ये यीशु नहीं है, तेरे जीवन च असंतुष्टि होएगा। खुदा दे लोगो, आज हालेलुया यीशु ही जीवन दी की है, रोटी है, रोटी है, और कोई भी नहीं है। दूसरी गल मैं अपनी मेहरगान दे वचन च लिखा, जीवन दी रोटी मैं हां, जीवन दी रोटी मैं हां, मैं हां। खुदा दे लोगो लिखा गया मैं हां, सो यही मेरा प्रचार है, मैं हां, बार बार है ना, सो मैं हूं। सो जेकर 6 बाब च देखिए बार बार यीशु मसीह ने कहा मैं हाँ मैं हाँ मैं हाँ। लेकिन इत्थे एक बड़ी बड़ी भेत वाली गल है, भेत वाली गल ये है, तुसीं पढ़ के देखो, जे जदों यीशु मसीह ने रोटी खवाया, सो यीशु मसीह चले गए, चेलियां नूं यीशु मसीह ने कहा टोकरे लैके जाओ, तुहानूं सारिआं नूं पता वो बेड़ी ते जा रहे सी। सो की है, सामने दी हवा पै रही है, उन्हां कोल जाया नहीं जा रहा, बड़ा मुश्किल नाल चल रहा। अद्धी रात दे वेले यीशु मसीह प्रेयर करके वापस आए, पानी ते तुर के आए। लेकिन वचन च लिखा चेले की हो गए, डर गए। अलग अलग सुसमाचारां च लिखा, एक जगह ते लिखा कहंदे भूत आ गया। की आ गया? भूत आ गया। भूत आ गया। लेकिन यीशु मसीह ने कहा मैं हाँ डरो ना, मैं हाँ डरो ना। इन्हां उपवास प्रार्थना दे विच प्यारे जी बहुत सारे लोगों नूं खुदा कह रहा मैं हाँ। तुसीं डर दे हालात दे विच जे, तुसीं सोच रहे की होएगा, की बनेगा, किस तरह होएगा, लेकिन यीशु मसीह कह रहा मैं हाँ, डरो ना, मैं हाँ, मैं हाँ। ये कित्थों है? प्यारे जी पुराने नियम दे विच कूच दी किताब 3 बाब दे विच जदों परमेश्वर ने मूसा नूं फिरौन दे कोल घल्लना सी, सो परमेश्वर ने मूसा नूं कहा मूसा तू जा और मैं तेरे द्वारा इजराइलियों को छुटकारा देवांगा। सो मूसा ने कई बहानेबाजियां कीतियां,
ਸੋ ਉਹਨਾਂ ਵਿੱਚੋਂ ਇੱਕ ਗੱਲ ਸੀ, ਮੂਸਾ ਕਹਿੰਦਾ ਪ੍ਰਭੂ ਜੀ ਮੈਂ ਜਾਵਾਂਗਾ ਤੇ ਸਹੀ, ਲੇਕਿਨ ਜਦੋਂ ਮੈਂ ਉੱਥੇ ਜਾਵਾਂਗਾ ਉਹਨਾਂ ਨੇ ਨਾਂ ਪੁੱਛਿਆ ਤੇ ਮੈਂ ਕੀ ਨਾਮ ਦੇਵਾਂਗਾ, ਮੈਂ ਨਹੀਂ ਕੀ ਨਾਮ, ਮੈਂ ਕੀ ਬੋਲਾਂਗਾ, ਮੈਂ ਕੀ ਕਵਾਂਗਾ, ਮੈਨੂੰ ਕਿਹਨੇ ਭੇਜਿਆ। ਉੱਥੇ ਵੀ ਲਿਖਿਆ ਗਿਆ, ਪੜਾਂਗੇ ਕੂਚ ਦੀ ਕਿਤਾਬ और उसका 3 बाब उसकी 14 आयत ਨੂੰ पढ़ांगे। परमेश्वर ने मूसा से कहा, मैं जो हूँ सो हूँ। फिर उसने कहा, तो इसराइलियों से ये कहना, जिसका नाम मैं हूँ है ने उसी ने मुझे तुम्हारे पास भेजा है। हालेलुया। जिसका नाम मैं हूँ ਉਹਨੇ ਮੈਨੂੰ ਕੀ ਕੀਤਾ ਏ, ਤੁਹਾਡੇ ਕੋਲ ਕੱਲਿਆ, ਤੁਹਾਡੇ ਕੋਲ ਕੱਲਿਆ ਏ ਛੁਟਕਾਰਾ ਦੇਣ ਦੇ ਲਈ। मैं जो हूँ सो हूँ, मैं जो था सो था, मैं जो हूँगा सो हूँगा। ਪਿਆਰ ਜੀਓ, ਇੱਥੇ ਪ੍ਰਭੂ ਯਿਸੂ ਮਸੀਹ ਨਵੇਂ ਨਿਯਮ ਦੇ ਵਿੱਚ ਜੋ ਇਸਤੇਮਾਲ ਕਰ ਰਿਹਾ ਮੈਂ ਹਾਂ, ਅਰਥਾਤ ਯਿਸੂ ਮਸੀਹ ਪੁਰਾਣੇ ਨਿਯਮ ਦੇ ਨਾਲ ਆਪਣੇ ਆਪ ਨੂੰ ਕੀ ਕਰ ਰਿਹਾ, ਜੋੜ ਰਹੇ। ਪਿਆਰ ਜੀਓ, ਕਿਉਂਕਿ ਉਹ ਕਿਉਂ ਗੱਲ ਕਰ ਰਹੇ ਸੀ, ਕਿਉਂਕਿ ਇੱਥੇ ਵੀ ਯਹੂਦੀ ਲੋਕ ਹੀ ਹੈ। ਸੋ ਉੱਥੇ ਵੀ ਯਹੂਦੀ ਲੋਕਾਂ ਕੋ ਭੇਜਣਾ ਸੀ, ਯਹੂਦੀ ਲੋਕਾਂ ਨੂੰ ਜਾ ਕੇ ਕਹਿਣਾ ਕਿੰਨੇ ਭੇਜਿਆ ਏ, ਮੈਂ ਹੂੰ ਨੇ ਭੇਜਿਆ ਏ। ਸੋ ਪਿਆਰ ਜੀਓ, ਯਹੂਦੀ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਮੈਂ ਹੂੰ ਕੌਣ ਹੈ, ਮੈਂ ਹੂੰ ਕੌਣ ਹੈ, ਉਹਨਾਂ ਨੂੰ ਪਤਾ ਸੀ। ਇਸੇ ਲਈ ਯਿਸੂ ਮਸੀਹ ਇੱਥੇ ਬਾਰ-ਬਾਰ ਇਸਤੇਮਾਲ ਕਰ ਰਿਹਾ, ਜੀਵਨ ਦੀ ਰੋਟੀ ਮੈਂ ਹੂੰ। ਯਹੂਦੀ ਲੋਕ ਔਰ ਜੋ ਚੇਲੇ ਡਰ ਕੇ ਜਾ ਰਹੇ ਆ, ਯਿਸੂ ਮਸੀਹ ਨੇ ਕਿਹਾ ਡਰੋ ਨਾ, ਮੈਂ ਹਾਂ ਐਗੋ ਐਮੀ। ਉਹ ਯੂਨਾਨੀ ਭਾਸ਼ਾ ਦੇ ਵਿੱਚ ਐਗੋ ਐਮੀ, ਮੈਂ ਹੈਗਾ। ਹਾਲੇਲੂਇਆ, ਮੈਂ ਹੈਗਾ ਵਾਂ, ਮੈਂ ਹੈਗਾ ਵਾਂ। ਪਿਆਰ ਜੀਓ, ਕਈ ਵਾਰ ਔਰ ਸਾਡੇ ਜੀਵਨ 'ਚ ਕੋਈ ਦੁੱਖ ਮੁਸੀਬਤ ਆ ਜਾਣ, ਦੁੱਖ ਪਰੇਸ਼ਾਨੀ ਆ ਜਾਏ, ਜੇਕਰ ਸਾਨੂੰ ਕੋਈ ਕਵੇ ਘਬਰਾਓ ਨਾ ਮੈਂ ਹੈਗਾ, ਬੜਾ ਹੌਸਲਾ ਹੋ ਜਾਂਦਾ, ਬੜਾ ਕੀ ਹੋ ਜਾਂਦਾ, ਹੌਸਲਾ ਹੋ ਜਾਂਦਾ। ਕਿਸੇ ਨੇ ਸਾਨੂੰ ਕਹਿਤਾ ਮੈਂ ਹਾਂ ਘਬਰਾ ਨਾ। ਯਾਰ ਜੀਜੂ, ਅੱਜ ਵੀ ਇਹਨਾਂ ਉਪਵਾਸ ਪ੍ਰਾਰਥਨਾ ਦੇ ਵਿੱਚ ਸਾਡਾ ਪ੍ਰਭੂ ਯਿਸੂ ਮਸੀਹ ਨੂੰ ਕਹਿ ਰਿਹਾ ਮੈਂ ਹੈਗਾ, ਡਰ ਨਾ, ਮੈਂ ਹੈਗਾ ਵਾਂ, ਮੈਂ ਤੇਰੇ ਪਿੱਛੇ ਹਾਂ, ਮੈਂ ਤੇਰੇ ਨਾਲ ਆ, ਮੈਂ ਤੇਰੇ ਅੰਗ ਸੰਗ ਆ, ਡਰ ਨਾ, ਮੈਂ ਹੈਗਾ। ਹਾਲੇਲੂਇਆ। ਉਹ ਪਰਮੇਸ਼ਰ ਜਿਹੜਾ ਸਵੈਭੂ ਹੈ, ਉਹ ਪਰਮੇਸ਼ਰ ਜਿਹਨੂੰ ਕਿਸੇ ਨੇ ਬਣਾਇਆ ਨਹੀਂ, ਉਹ ਪਰਮੇਸ਼ਰ ਜਿਹੜਾ ਸਮੇਂ ਤੋਂ ਬਾਹਰ ਹੈ, ਉਹ ਯਹੋਵਾ ਪਰਮੇਸ਼ਰ, ਹਾਲੇਲੂਇਆ, ਉਹਨੇ ਕਿਹਾ ਮੈਂ ਹਾਂ। ਹਾਲੇਲੂਇਆ, ਉਹਨੂੰ ਕਿਸੇ ਨੇ ਨਹੀਂ ਬਣਾਇਆ, इसलिए मैं बोलिया मैं जो था सो था, मैं जो हूँ सो हूँ, मैं जो हूँगा सो हूँगा। कोई नहीं, लेकिन उस परमेश्वर कह रहा मैं तेरे नाल हां, जिहदे अंदर सब कुछ है, कंट्रोल, जिहदे कंट्रोल च समा भी है। हालेलुया। कल भी असीं बोल रहे सी, प्यार जी तुहाडे विच उत्थे कई लोग बोलदे होणगे समा निकल गया। की हो गया? समा निकल गया, हुण कुछ नहीं होना, हुण नहीं कुछ हो सकदा। कल भी असीं प्रार्थना कर रहे सां, मरियम मार्था दा भरा लाजर मर गया, 4 दिन हो गए कबर च रखता, लाश भी सड़ गया। यीशु मसीह 4 दिन बाद आए, मरियम मार्था पता चलिया यीशु आ गया, जाके भज के ਉਹਦੇ ਚਰਨਾਂ 'ਚ ਡਿੱਗ ਗਏ, ਯीशु जी ਜੇ ਤੂੰ ਇੱਥੇ ਹੁੰਦਾ ਮੇਰਾ ਭਰਾ ਨਾ ਮਰਦਾ, ਮੇਰਾ ਭਰਾ ਨਾ ਮਰਦਾ। वचन च लिखा यीशु ने कहा तू विश्वास कर, तू परमेश्वर दी की वेखेगी, महिमा वेखेगी, महिमा वेखेगी। वचन लिखा यीशु मसीह उत्थे गए, क्या पत्थर हटावो, आवाज मारिया लाजर बाहर आ जा। उस वेले लोग सारे गल्ला कर रहे हैं, यीशु मसीह 4 दिन बाद आया, यीशु मसीह 4 दिन बाद आया, ओ यीशु मसीह 4 दिन बाद आया। नहीं, लोकां दे लई यीशु मसीह 4 दिन बाद सी, लेकिन यीशु समय सिर सी। हालेलुया, यीशु समय सिर सी, यीशु समय सिर सी। खुदा दे लोको, हो सकदा तुसी कह रहे जे देर हो गया, लेट हो गया, कुछ नहीं हो सकदा, नहीं, शायद ओदा समा नहीं आया। हालेलुया। आज वो बोल रहा मैं हैगा वां। हालेलुया। तू घबराना, शायद समा नहीं है, लेकिन मैं हैगा वां, मैं तेरे लिए वड्डे काम करांगा। निराश नहीं होना, परेशान नहीं होना, खुदा ते की रखना है, भरोसा रखना। उन्हें क्या, जीवन दी रोटी मैं हां। हालेलुया, मैं ही हां जीवन दी रोटी। सो खुदा दे लोको, वचन च लिखिया प्यारे सीजो, सो इत्थे असीं वेख सकदे हां बड़े लोकां नूं ठोकर भी लग गया। यीशु मसीह ने कहा जीवन दी रोटी मैं हां। सो अगे कई ऐसी गल्लां प्रभु यीशु मसीह ने बोलिया। सो बोलिया और की है, मैं स्वर्गों उतरी रोटी हां, मैं हां, और जोड़ा मेरा मांस खाएगा, मेरा खून पिएगा, ओनू की सदा दा जीवन मिलेगा। सो यहूदी लोकां नूं बड़ा ठोकर लग गया। बड़े लोग कहते ये कौन है जो सानू कहता वा की करो, मांस खाओ, लहू पीओ। असीं इहदा कितना मांस खा सकते हैं, असीं इहदा कितना लहू पी सकते हैं, लेकिन वचन च लिखा ठोकर खाया। की खाया? ठोकर खाया। लेकिन वचन च लिखा प्यारे चीजों, यीशु मसीह ने और उन्होंने यीशु मसीह के उत्ते विश्वास नहीं किया। लेकिन एक बार फिर तो साहित्य पढ़ना यूहन्ना दी अंजील 6 बाब 35 एक बार फिर पढ़ो।
यीशु ने उनसे कहा, हाँ। जीवन की रोटी मैं हूँ। जो मेरे पास आता है वह कभी भूखा ना होगा, हाँ। और जो मुझ पर विश्वास करता है वह कभी प्यासा ना होगा। प्यारे चीजों, वचन से लिखा जो मेरे पास आता है, जो मेरे पास आता है। आज यीशु मसीह सानू बुला रहा। आज यीशु मसीह सानू की कर रहा? बुला रहे हो। मेरे कोल आओ, इस जीवन दी रोटी नु खा लो। ये रोटी किस तरह मिलेगा? ये रोटी मुफ्त है। पढ़ो यशाया 55 बाब ओदी पहली ते दूसरी आयत पढ़ांगे। यशाया 55 ओदी पहली ते दूसरी आयत पढ़ांगे। अहो सब प्यासे लोगों, पानी के पास आओ, और जिनके पास रुपया ना हो तुम भी आकर मोल लो और खाओ। दाख मधु और दूध बिन रुपए और बिना दाम ही आकर ले लो। जो भोजन वस्तु नहीं है उसके लिए तुम क्यों रुपया लगाते हो, और जिससे पेट नहीं भरता उसके लिए क्यों परिश्रम करते हो। हालेलुया। हालेलुया। यीशु मसीह एक इनविटेशन सदा दे रहा, मैं जीवन दी रोटी है, आवो अते की करो, खाओ। प्यारे चीजों, फ्री है। बोलो किस तरह जी? फ्री है। बिना चांदी दे, बिना सोने दे। लेकिन आज कई लोग सोना चांदी खरीद और किया दे के जाते हैं। कई लोग पहाड़ा ते जाणगे, किथे किथे जाणगे, शायद उत्थे जाके की मिले, जीवन दा रोटी मिल जाए। लेकिन आज यीशु मसीह सदा दे रहा, आवो, फ्री है। की है जी? फ्री है। फ्री है। ਅਸੀਂ ਪੜ੍ਹਦੇ ਆ ਲੁਕਾ ਦੀ ਇੰਜੀਲ 14 ਬਾਬ 'ਚ ਇੱਕ ਕਹਾਣੀ ਲਿਖੀ ਹੈ। ਕਹਿੰਦੇ ਇੱਕ ਬਾਪ ਨੇ ਆਪਣੇ ਬੇਟੇ ਦਾ ਇੱਕ ਸ਼ਾਦੀ ਰੱਖਿਆ, ਖਾਣਾ ਸਾਰਾ ਤਿਆਰ ਕੀਤਾ, ਜਾ ਕੇ ਸੱਦਾ ਦਿੱਤਾ, ਲੋਕਾਂ ਨੂੰ ਕਿਹਾ ਆਵੋ, ਖਾਣਾ ਬਿਲਕੁਲ ਤਿਆਰ ਹੈ, ਬਸ ਆ ਕੇ ਕੀ ਕਰੋ, ਖਾਵੋ। ਲੇਕਿਨ ਲੋਕਾਂ ਨੇ ਕੀ ਲਗਾਇਆ? ਬਹਾਨਾ ਲਗਾਇਆ। ਬਹਾਨਾ ਲਗਾਇਆ। ਕੋਈ ਕਹਿ ਰਿਹਾ ਮੈਂ ਖੇਤ ਮੁੱਲ ਲੈ ਲਿਆ, ਹੁਣ ਮੈਂ ਵੇਖਣ ਚੱਲਾ ਵਾਂ। ਕੋਈ ਕਹਿ ਰਿਹਾ ਮੈਂ ਬੈਲ ਖਰੀਦ ਲਏ, ਬੈਲਾਂ ਦੀ ਜੋੜੀ ਖਰੀਦ ਲਈ ਹੈ, ਹੁਣ ਮੈਂ ਪਰਖਣ ਚੱਲਾਂ। ਕੋਈ ਕਹਿ ਰਿਹਾ ਮੇਰਾ ਸ਼ਾਦੀ ਹੋ ਗਿਆ, ਮੈਂ ਨਹੀਂ ਆ ਸਕਦਾ। ਅੱਜ ਬਹਾਨਾ ਲਗਾ ਰਹੇ ਆ, ਅੱਜ ਬਹਾਨਾ ਲਗਾ ਰਹੇ ਆ। ਹੋ ਸਕਦਾ ਤੁਹਾਡੇ ਵਿੱਚ ਵੀ ਇੱਥੇ ਕੋਈ ਬੈਠੇ ਆ, ਕਈ ਵਿਸ਼ਵਾਸੀਆਂ ਦੇ ਬੱਚੇ ਵੀ ਹੋ ਸਕਦੇ ਆ, ਬਹਾਨਾ ਲਗਾ ਰਹੇ ਆ। ਯਾਰ ਜੀਜੋ, ਲੇਕਿਨ ਇਹ ਵੇਲੇ ਨੂੰ ਤੁੱਛ ਨਾ ਸਮਝੋ। ਅੱਜ ਯਿਸੂ ਮਸੀਹ ਦਾ ਸੱਦਾ ਹੈ, ਜੀਵਨ ਦੀ ਰੋਟੀ ਮੈਂ ਹਾਂ, ਆਵੋ ਔਰ ਖਾਵੋ। ਪਿਆਰ ਜੀਜੋ, ਬਹਾਨਾਬਾਜ਼ੀ ਨਾ ਲਗਾਵੋ। ਵੇਖੋ ਕਿੰਨਾ ਬਹਾਨਾਬਾਜ਼ੀ ਬੋਲਦਾ, ਮੈਂ ਖੇਤ ਖਰੀਦ ਲਿਆ ਵਾ, ਹੁਣ ਵੇਖਣ ਚੱਲਾਂ। ਸੋ ਵੇਖ ਕੇ ਖਰੀਦੀਦਾ ਵਾ, ਖਰੀਦ ਕੇ ਵੇਖੀਦਾ ਵਾ ਹੈ। ਸੋ ਵੇਖ ਕੇ ਖਰੀਦਣਾ, ਲੇਕਿਨ ਬੋਲਦਾ ਮੈਂ ਖਰੀਦ ਲਿਆ ਵਾ, ਹੁਣ ਮੈਂ ਵੇਖਣ ਚੱਲਾਂ। ਮੈਂ ਬੈਲਾਂ ਦੀ ਜੋੜੀ ਖਰੀਦ ਲਈ ਹੈ, ਹੁਣ ਮੈਂ ਪਰਖਣ ਚੱਲਾਂ। ਯਾਰ ਜੀਜੋ, ਐਸਾ ਬਹਾਨਾਬਾਜ਼ੀ ਨਾ ਲਗਾਵੋ। ਕਈ ਲੋਕ ਕਹਿੰਦੇ, ਕਈ ਵਿਸ਼ਵਾਸੀ ਹੋ ਗਏ, ਮੇਰੇ ਬੱਚੇ ਦਾ ਹੁਣ ਸ਼ਾਦੀ ਹੋਣਾ। ਯਾਰ ਜੀਜੋ ਨਹੀਂ, ਐਸਾ ਨਾ ਕਰੋ, ਕਿਉਂਕਿ ਪ੍ਰਭੂ ਨੂੰ ਕਬੂਲ ਕਰੋ। ਹਾਲੇਲੂਇਆ। ਅੱਜ ਯਿਸੂ ਸੱਦਾ ਦੇ ਰਿਹਾ, ਆਵੋ ਇਸ ਜੀਵਨ ਦੀ ਰੋਟੀ ਨੂੰ ਕੀ ਕਰੋ, ਖਾਵੋ। ਹਾਲੇਲੂਇਆ। ਇਸ ਜੀਵਨ ਦੀ ਰੋਟੀ ਨੂੰ ਕੀ ਕਰੋ, ਖਾਵੋ। ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਿਆ, ਲੇਕਿਨ ਖੁਦਾ ਦੇ ਲੋਕੋ, ਉੱਥੇ ਯਿਸੂ ਮਸੀਹ ਨੇ ਜਿਹੜਾ ਗੱਲਾਂ ਬੋਲਾ, और यीशु मसीह ने कहा जड़ा मेरा मांस खाएगा, खून पिएगा, वो सदा जीवन पाएगा। कई लोगों ने ठोकर खा लिया। कई लोगों ने की कर रहा? ठोकर खा। पता क्यों ठोकर खाया? क्योंकि उन्होंने जिस्मानी रोटी ज्यादा पसंद है। ये शुरू तो चलता आ रहा, जंगल विच प्रभु परमेश्वर उन्होंने मन्ना खवा रहा, लेकिन उन्होंने की पसंद लगता? उन्होंने लसन खाना चंगा लगता, उन्होंने खरबूजे चाहिए आ, उन्होंने प्याज गंदले चाहिए आ। एक जगह ते और कूच 16 बाब गिनती 11 बाब च तुसीं घर जाके पढ़ सकते। बड़ी बार असीं सुनते रहंदे खुदा दासा कोलों, वो बोलते सानू मीट चाहिए। प्रभु उन्होंने स्वर्गीय रोटी देना चाहता, लेकिन उन्होंने की चाहिए? जिस्मानी रोटी। अज भी प्यारे सीजो, खुदा सानू मुक्ति का दान देना चाहता, खुदा सानू स्वर्गीय आशीषा देना चाहता, लेकिन कईयां दा ध्यान किधर है? सिर्फ जिस्मानी रोटी वाली, जिस्मानी आशीषाई, जिस्मानी बरकता जी। हाँ जी, सिर्फ यही है। जिस तरह और किया और बड़े पाशी मशीह दा दे किदे वर्गा हाल, ओ सुअर वर्गा। किदे वर्गा? सुअर वर्गा। किधर ध्यान है? थल्ले नु ही। ओदा हमेशा ओदा कहंदे धोन मोटा, बस किधर वेखेगा? नीचे ही। लेकिन उन्हें पता नहीं कि तां भी दुनिया है। यार जीसो, हालेलुया। मैं एक कहानी बोलना चाहता। मैं थोड़े दिन पहले कहानी पढ़िया। कहते एक राजा सी, वो बड़ा दुष्ट राजा, बड़ा दुष्ट और मूर्ख, और की है बड़ा और लोगों को तंग करदा, जिदा मर्जी देख और खेत हथियार लेंदा, पैसा लुट लेंदा, लोगों को मार देंदा। बहुत दुष्ट राजा। सो एक दिन उन्हें अपने सैनापति को सद्या, उन्होंने कहता आ एक सोने का डंडा लैके जा, जड़ा तेनू तेरे तो भी ज़्यादा मूर्ख मिले ना, उन्होंने ये की करी, ये डंडा दे दे। सो चला गया। सो जाके उन्हें लभ्या लभ्या लभ्या, एक बंदा मिल गया, उन्हें कहता ये तो मेरे तो मूर्ख है, उन्होंने दे दिता। सो उस बंदे ने क्या, उन्होंने भी यही कहा, जिन्हों जड़ा तेरे तो बड़ा मूर्ख लभे, उन्होंने की करी, दे देवी।
ਹੋ ਚਲਾ ਗਿਆ। ਸੋ ਲੱਭ ਕੇ ਜਾ ਰਿਹਾ, ਉਸੇ ਦੇਸ਼ 'ਚ ਆ ਗਿਆ ਜਿਹੜੇ ਰਾਜੇ ਨੇ ਘੱਲਿਆ ਸੀ। ਸੋ ਉਸ ਰਾਜਾ ਬੜਾ ਦੁਸ਼ਟ ਰਾਜਾ, ਬੜਾ ਔਰ ਅਨਿਆਏ ਕਰਦਾ, ਬਹੁਤ ਸਾਰਾ ਕੁਧਰਮ ਕਰਦਾ। ਸੋ ਉੱਥੇ ਜਾ ਕੇ ਪਤਾ ਚੱਲਿਆ ਉਹ ਰਾਜਾ ਬਿਮਾਰ ਪੈ ਗਿਆ। ਉਹ ਰਾਜਾ ਕੀ ਹੈ? ਬਿਮਾਰ ਹੈ। ਸੋ ਇਹਨੇ ਬੋਲਿਆ ਮੈਂ ਉਸ ਰਾਜੇ ਨੂੰ ਜਾ ਕੇ ਮਿਲਣਾ। ਸੋ ਜਦੋਂ ਉਸ ਰਾਜੇ ਕੋਲ ਜਾ ਕੇ ਗਿਆ, ਮਿਲਣਾ ਚਾਹਿਆ, ਸੋ ਵੇਖ ਰਿਹਾ ਰਾਜਾ ਬਿਮਾਰ ਪਿਆ। ਬੰਦਾ ਕਹਿੰਦਾ ਮੈਂ ਰਾਜੇ ਨਾਲ ਕੁਝ ਗੱਲ ਕਰਨਾ। ਸੋ ਬੋਲਦਾ ਹਾਂਜੀ ਬੋਲੋ, ਕਰ ਲਓ, ਕਿਉਂਕਿ ਰਾਜਾ ਨੇ ਥੋੜੀ ਦੇਰ ਤੇ ਮਰ ਜਾਣਾ, ਬਿਮਾਰ ਪਿਆ ਹੈ, ਮਰ ਜਾਣਾ ਹੈ। ਹਾਂਜੀ ਤੁਸੀਂ ਜੋ ਗੱਲ ਕਰਨਾ ਕਰ ਲਓ। ਸੋ ਇਹ ਕਹਾਣੀ ਦੀ ਕਿਤਾਬ 'ਚ ਮੈਂ ਪੜ੍ਹਿਆ। ਸੋ ਉਹ ਜਾ ਕੇ ਗਿਆ, ਉਹਨੇ ਜਾ ਕੇ ਉਹਨੂੰ ਪੁੱਛਿਆ ਰਾਜਾ ਜੀ ਤੁਸੀਂ ਤੇ ਮਰਨ ਵਾਲੇ ਜੇ, ਤੁਸੀਂ ਇੰਨਾ ਤੁਹਾਡਾ ਪਤਾ ਚੱਲਿਆ ਤੁਸੀਂ ਬੁਰਾਈ ਕੀਤਾ, ਇੰਨਾ ਤੁਸੀਂ ਕੁਧਰਮ ਕਰਕੇ ਪੈਸਾ ਜੋੜਿਆ, ਇਹ ਕੀਤਾ ਉਹ ਕੀਤਾ, ਨਿਰਦੋਸ਼ ਲੋਕਾਂ ਨੂੰ ਮਾਰਿਆ, ਬੜਾ ਤੁਸੀਂ ਬਹੁਤ ਕੁਝ ਕਰ ਲਿਆ, ਗਲਤ ਕੰਮ ਕਰਕੇ ਬੜਾ ਕੁਝ ਜੋੜਿਆ। ਸੋ ਹੁਣ ਉਹਦਾ ਕੀ ਹੋਏਗਾ ਜੋ ਕੁਝ ਤੁਸੀਂ ਜੋੜਿਆ? ਸੋ ਬੋਲਦਾ ਮੈਨੂੰ ਨਹੀਂ ਪਤਾ, ਮੈਂ ਤੇ ਹੁਣ ਕੀ ਕਰਨਾ ਹੈ? ਮਰ ਜਾਣਾ। ਮੈਂ ਤੇ ਹੁਣ ਕੀ ਕਰਨਾ ਹੈ? ਮਰ ਜਾਣਾ। ਮੈਂ ਤੇ ਮਰ ਜਾਣਾ, ਮੈਂ ਤੇ ਕੀ ਕਰਨਾ? ਕਹਾਣੀ 'ਚ ਲਿਖਿਆ ਉਸੇ ਵੇਲੇ ਉਹਨੇ ਕੀ ਕੀਤਾ, ਝੋਲੇ 'ਚ ਹੱਥ ਪਾ ਕੇ ਉਹ ਡੰਡਾ ਉਹਨੂੰ ਕੀ ਕਰ ਦਿੱਤਾ? ਉਹਨੂੰ ਫੜਾਤਾ। ਬੋਲਦਾ ਇਹ ਰਾਜਾ ਸਭ ਤੋਂ ਜ਼ਿਆਦਾ ਕੀ ਹੈ? ਮੂੰਹ ਰੱਖਿਆ। ਕਿਉਂ ਮੂੰਹ ਰੱਖਿਆ? ਬੋਲਦਾ ਇਹ ਕੀ ਕੀਤਾ? ਇਹ ਡੰਡਾ ਤੇ ਉਹਨੂੰ ਯਾਦ ਆ ਗਿਆ, ਇਹ ਡੰਡਾ ਤੇ ਮੈਂ ਹੀ ਦਿੱਤਾ ਸੀ, ਇਹ ਡੰਡਾ ਮੇਰੇ ਕੋਲ ਹੀ ਆ ਗਿਆ। ਕਿਸ ਤਰ੍ਹਾਂ? ਬੋਲਦਾ ਤੁਸੀਂ ਸਭ ਤੋਂ ਵੱਡੇ ਮੂਰਖ। ਕਹਿੰਦਾ ਉਹ ਕਿਸ ਤਰ੍ਹਾਂ? ਕਹਿੰਦਾ ਤੂੰ ਸਿਰਫ ਆਪਣੇ ਸਰੀਰ ਲਈ ਸੋਚਿਆ, ਤੂੰ ਕੁਧਰਮ ਕੀਤਾ, ਪਾਪ ਕੀਤੇ, ਬੜਾ ਕੁਝ ਜੋੜਿਆ, ਲੇਕਿਨ ਤੈਨੂੰ ਪਤਾ ਨਹੀਂ ਹੈ ਇਹ ਕੁਝ ਵੀ ਤੇਰੇ ਨਾਲ ਜਾਣਾ ਹੀ ਨਹੀਂ ਹੈ। ਤੂੰ ਮੂਰਖ ਬਣ ਗਿਆ, ਤੂੰ ਮੂਰਖ ਬਣ ਗਿਆ। ਕਿਉਂ? ਤੂੰ ਸਿਰਫ ਜਿਸਮਾਨੀ ਗੱਲਾਂ ਬਾਰੇ ਕੀ ਕੀਤਾ? ਸੋਚਿਆ, ਜਿਸਮਾਨੀ ਗੱਲਾਂ ਬਾਰੇ ਸੋਚਿਆ। ਪਿਆਰੇ ਜੀਜੋ, ਇਹਨਾਂ ਦੇ ਨਾਂ ਦੇ ਵਿੱਚ ਖੁਦਾ ਨੂੰ ਐਸਾ ਫਜ਼ਲ ਦੇਵੇ ਅਸੀਂ ਆਤਮਿਕ ਗੱਲਾਂ ਵੱਲ ਵੀ ਧਿਆਨ ਕਰ ਸਕੀਏ। ਹਾਲੇਲੂਇਆ। ਕਿੰਨਾ ਗੱਲਾਂ ਵੱਲ? ਮੈਂ ਇਹਨੇ ਮੈਨੂੰ ਗਲਤ ਨਹੀਂ ਲੈਣਾ, ਧਿਆਨ ਸੁਣੋ, ਮੈਂ ਨਹੀਂ ਕਹਿ ਰਿਹਾ, ਮੈਂ ਪਹਿਲਾਂ ਬੋਲਿਆ ਪ੍ਰਭੂ ਸਾਡੀ ਸਾਰੀ ਜਿਸਮਾਨੀ ਲੋੜਾਂ ਨੂੰ ਵੀ ਕੀ ਕਰੇਗਾ? ਮੈਂ ਪਹਿਲਾਂ ਹੀ ਬੋਲਿਆ, ਮੇਰੇ ਪ੍ਰਚਾਰ ਨੂੰ ਗਲਤ ਨਹੀਂ ਲੈਣਾ। ਮੈਂ ਨਹੀਂ ਕਹਿ ਰਿਹਾ ਕਿ ਜਿਸਮਾਨੀ ਗੱਲਾਂ ਖੁਦਾ ਦੇ ਕੇ ਨਹੀਂ ਰੱਖਣਾ। ਯਿਸੂ ਮਸੀਹ ਨੇ ਖੁਦ ਸਿਖਾਇਆ ਕਿ ਸਾਡੇ ਰੋਜ਼ ਦੀ ਰੋਟੀ ਸਾਨੂੰ ਦੇ। ਪਿਆਰੇ ਜੀਜੋ, ਲੇਕਿਨ ਇੱਕ ਗੱਲ ਆ, ਸਾਡਾ ਧਿਆਨ ਸਿਰਫ ਜਿਸਮਾਨੀ ਗੱਲਾਂ ਵੱਲ ਹੀ ਹੋਣਾ ਨਹੀਂ ਚਾਹੀਦਾ, ਨਹੀਂ ਚਾਹੀਦਾ, ਨਹੀਂ ਚਾਹੀਦਾ। ਅੱਜ ਖੁਦਾ ਚਾਹੁੰਦਾ ਅਸੀਂ ਥੋੜਾ ਆਤਮਿਕ ਗੱਲਾਂ ਵੱਲ ਵੀ ਕੀ ਕਰੀਏ? ਧਿਆਨ ਕਰੀਏ। ਸਾਡਾ ਪਰਮੇਸ਼ਰ ਨਾਲ ਕਿਵੇਂ ਰਿਸ਼ਤਾ, ਇਸ ਜੀਵਨ ਦੀ ਰੋਟੀ ਨੂੰ ਅਸੀਂ ਪਾਇਆ ਕਿ ਨਹੀਂ ਪਾਇਆ? ਜੇ ਨਹੀਂ ਪਾਇਆ, ਅੱਜ ਖੁਦਾ ਆਵਾਜ਼ ਦੇ ਰਿਹਾ, ਅੱਜ ਖੁਦਾ ਵੇਲਾ ਦੇ ਰਿਹਾ, ਅੱਜ ਖੁਦਾ ਸਮਾਂ ਦੇ ਰਿਹਾ। ਜੀਵਨ ਦੀ ਰੋਟੀ ਮੈਂ ਹਾਂ, ਆਓ ਮੁਫਤ। ਹਾਲੇਲੂਇਆ। ਹਾਲੇਲੂਇਆ। ਕੋਈ ਸੋਨਾ ਚਾਂਦੀ ਔਰ ਕੀ ਹੈ ਔਰ ਖਰਚਣ ਦੀ ਲੋੜ ਨਹੀਂ ਹੈ। ਹਾਲੇਲੂਇਆ। ਕਲਵਰੀ ਕਰੂਸ ਉਤੇ ਪ੍ਰਭੂ ਯਿਸੂ ਮਸੀਹ ਨੇ 7 ਗੱਲਾਂ ਬੋਲੀਆਂ, ਉਹਨਾਂ 'ਚ ਇੱਕ ਸੀ ਸਭ ਕੁਝ ਪੂਰਾ ਹੋ ਗਿਆ। ਇਨਸਾਨ ਦੀ ਮੁਕਤੀ ਦਾ ਕੰਮ ਪੂਰਾ ਹੋ ਗਿਆ, ਸਵਰਗ ਦਾ ਦਰਵਾਜ਼ਾ ਖੋਲਣ ਦਾ ਕੰਮ ਪੂਰਾ ਹੋ ਗਿਆ। ਬਸ ਆਓ ਵਿਸ਼ਵਾਸ ਕਰੋ ਅਤੇ ਹਾਸਿਲ ਕਰੋ। ਆਓ ਵਿਸ਼ਵਾਸ ਕਰੋ ਔਰ ਹਾਸਿਲ ਕਰੋ, ਹਾਸਿਲ ਕਰੋ। ਲੇਕਿਨ ਅੱਜ ਬਹੁਤ ਸਾਰੇ ਲੋਕ ਹਾਲੇਲੂਇਆ ਨਹੀਂ ਚਾਹੁੰਦੇ। ਪਿਆਰੇ ਜੀਜੋ, ਖੁਦਾ ਤੁਹਾਨੂੰ ਬੁਲਾ ਰਿਹਾ। ਸੋ ਅੱਜ ਮੇਰਾ ਪ੍ਰਚਾਰ ਹੈ ਸੀ, ਯਿਸੂ ਮਸੀਹ ਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ। ਮੈਂ। ਹਾਲੇਲੂਇਆ। ਹਾਲੇਲੂਇਆ। ਜੀਵਨ ਦੀ ਰੋਟੀ ਮੈਂ ਹਾਂ। ਲੇਕਿਨ ਇਹ ਨਹੀਂ ਹੈ ਸਿਰਫ ਖੁਦਾ ਸਾਡੀ ਆਤਮਿਕ ਲੋੜਾਂ ਨੂੰ ਪੂਰਾ ਕਰਦਾ, ਲੇਕਿਨ ਉਸ ਤੋਂ ਵੱਧ ਕੇ ਪਹਿਲੋਂ ਲਿਖਿਆ ਪ੍ਰਭੂ ਨੇ ਉਹਨਾਂ ਦੀ ਜਿਸਮਾਨੀ ਲੋੜ ਨੂੰ ਵੀ ਕੀ ਕੀਤਾ? ਪੂਰਾ ਕੀਤਾ। ਜਦੋਂ ਦੇਖਿਆ ਇਹ ਭੁੱਖੇ ਨੇ, ਇਹਨਾਂ ਨੂੰ ਖਾਣਾ ਖਵਾਇਆ। ਹਾਲੇਲੂਇਆ। ਉਹ ਜੀਵਨ ਦੀ ਰੋਟੀ ਉਹ ਹੈ। ਪਰ ਜਦੋਂ ਉਹਦੇ ਬਗੈਰ ਸਾਡਾ ਜੀਵਨ ਨਹੀਂ ਚੱਲ ਸਕਦਾ, ਉਹਦੇ ਬਗੈਰ ਸਾਡਾ ਜੀਵਨ ਨਹੀਂ ਚੱਲੇਗਾ। ਉਹ ਮੈਂ ਹੂੰ, ਉਹ ਮੈਂ ਹੂੰ ਸਾਡੇ ਨਾਲ ਆ। ਹਾਲੇਲੂਇਆ। ਪਿਆਰ ਜਦੋਂ ਠੋਕਰ ਨਾ ਖਾਣਾ, ਜਿਸ ਤਰ੍ਹਾਂ ਯਹੂਦੀ ਲੋਕਾਂ ਨੇ ਕਈ ਵਚਨ 'ਚ ਲਿਖਿਆ, ਕਈ ਲੋਕ ਉਹਨੂੰ ਛੱਡ ਕੇ ਚਲੇ ਗਏ। ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਪੁੱਛਿਆ, ਪਤਰਸ ਤੁਸੀਂ ਵੀ ਜਾਣਾ ਚਾਹੁੰਦੇ ਤੇ ਕੀ ਕਰ ਸਕਦੇ ਜੇ? ਜਾ ਸਕਦੇ। ਲੇਕਿਨ ਪਤਰਸ ਉਹਨਾਂ ਨੇ ਕਿਹਾ ਪ੍ਰਭੂ ਅਸੀਂ ਕਿੱਥੇ ਜਾਈਏ? ਜੀਵਨ ਦੀਆਂ ਗੱਲਾਂ ਤੇ ਤੇਰੇ ਕੋਲ ਹੀ ਹੈ। ਹਾਲੇ ਜੀਵਨ ਦੀ ਰੋਟੀ ਤੇ ਤੂੰ ਹੈ, ਅਸੀਂ ਕਿੱਥੇ ਜਾਈਏ? ਅਸੀਂ ਕਿੱਥੇ ਜਾ ਨਹੀਂ ਸਕਦੇ। ਪਿਆਰ ਜੀਜੋ, ਹਾਲੇਲੂਇਆ। ਉਸ ਜੀਵਨ ਦੀ ਰੋਟੀ ਨੂੰ ਅਸੀਂ ਖਾ ਲਿਆ। ਹਾਲੇਲੂਇਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਬੋਲਣ ਦੇ ਲਈ ਹੈ, ਅਲੱਗ-ਅਲੱਗ ਪ੍ਰਕਾਰ ਦੀ ਰੋਟੀ ਦੇ ਬਾਰੇ ਬਾਈਬਲ 'ਚ ਲਿਖਿਆ ਗਿਆ। ਲੇਕਿਨ ਹਾਲੇਲੂਇਆ, ਅੱਜ ਮੈਂ ਇੱਥੇ ਖਤਮ ਕਰ ਰਿਹਾ। ਪਿਆਰੇ ਜੀਜੋ, ਯਿਸੂ ਮਸੀਹ ਨੇ ਕਿਹਾ ਜੀਵਨ ਦੀ ਰੋਟੀ ਮੈਂ। ਆਹੀ ਸਾਰੇ ਖਾਣੋਂ ਬੰਦ ਕਰਾਂਗੇ। ਸਾਡਾ ਯਿਸੂ ਸਾਡੇ ਲਈ ਪਰਯਾਪਤ ਹੈ, ਸਾਡਾ ਯਿਸੂ ਸਾਡੇ ਲਈ ਕਾਫੀ ਹੈ। ਪਿਆਰੇ ਜੀਜੋ, ਜਿਹੜਾ ਯੂਨਾਨੀ ਭਾਸ਼ਾ 'ਚ ਜਿਹੜਾ ਰੋਟੀ ਸ਼ਬਦ ਜਿੱਥੇ ਇਸਤੇਮਾਲ ਕੀਤਾ, ਉਹਦਾ ਅਰਥ ਹੈ ਕਿਸੇ ਵੀ ਪ੍ਰਕਾਰ ਦੀ ਭੁੱਖ ਨੂੰ ਕੀ ਕਰ ਸਕਦਾ? ਮਿਟਾ ਸਕਦਾ। ਸੋ ਵਚਨ 'ਚ ਲਿਖਿਆ ਯਿਸੂ ਨੇ ਕਿਹਾ ਜੀਵਨ ਦੀ ਰੋਟੀ ਮੈਂ। ਉਹ ਸਾਡੇ ਲਈ ਪਰਯਾਪਤ ਹੈ। ਉਹ ਸਾਡੀ ਜਿਸਮਾਨੀ ਲੋੜਾਂ ਨੂੰ ਜਾਣਦਾ, ਉਹ ਸਾਡੀ ਰੂਹਾਨੀ ਲੋੜਾਂ ਨੂੰ ਵੀ ਜਾਣਦਾ। ਉਹ ਪੂਰਾ ਕਰ ਸਕਦਾ ਹੈ, ਉਹ ਪੂਰਾ ਕਰ ਸਕਦਾ। ਹਾਲੇਲੂਇਆ। ਜਦੋਂ ਲੋਕ ਸਿਰਫ ਉਹ ਯਹੂਦੀ ਸਿਰਫ ਜਿਸਮਾਨੀ ਰੋਟੀ ਵੱਲ ਧਿਆਨ ਸੀ, ਉਹਨੇ ਉਹਨਾਂ ਦਾ ਧਿਆਨ ਹਾਲੇਲੂਇਆ ਇੱਕ ਆਤਮਿਕ ਰੋਟੀ ਵੱਲ ਵੀ ਲੈ ਕੇ ਗਿਆ ਹੈ। ਹਾਲੇਲੂਇਆ। ਹੋ ਸਕਦਾ ਸਾਡੇ ਵਿੱਚੋਂ ਕਈ ਲੋਕ ਸਿਰਫ ਜਿਸਮਾਨੀ ਗੱਲਾਂ ਲਈ ਆ ਰਹੇ ਆ, ਲੇਕਿਨ ਪ੍ਰਭੂ ਕਹਿ ਰਿਹਾ ਉਹ ਆਤਮਿਕ ਗੱਲਾਂ ਵੀ ਹੈ, ਉਹਨਾਂ ਵੱਲ ਵੀ ਕੀ ਕਰੋ? ਧਿਆਨ ਕਰੋ। ਹਾਲੇਲੂਇਆ। ਹਾਲੇਲੂਇਆ। ਹਾਲੇਲੂਇਆ।
ਰਾਜਾ ਤੇਰਾ ਧੰਨਵਾਦ ਕਰਦੇ ਹਾਂ, ਸਾਨੂੰ ਯਿਸੂ ਦੀ ਲੋੜ ਹੈ ਪਿਆਰੇ ਜੀਜੋ। ਜਿਸ ਤਰ੍ਹਾਂ ਇੱਕ ਰੋਟੀ ਅਰੇ ਪਿੰਨ ਆ ਗਿਆ ਉਹਦੇ ਬਗੈਰ ਨਹੀਂ ਚੱਲੇਗਾ, ਉਸੇ ਤਰ੍ਹਾਂ ਯਿਸੂ ਬਗੈਰ ਸਾਡਾ ਜੀਵਨ ਕੁਝ ਵੀ ਨਹੀਂ ਹੈ। ਹਾਲੇਲੂਇਆ। ਯਿਸੂ ਬਗੈਰ ਸਾਡਾ ਜੀਵਨ ਕੁਝ ਵੀ ਨਹੀਂ ਹੈ, ਸਾਨੂੰ ਯਿਸੂ ਦੀ ਲੋੜ ਹੈ। ਹਾਲੇਲੂਇਆ। ਸਾਡੇ ਜੀਵਨ ਦੇ ਉਸ ਖਾਲੀ ਥਾਂ ਨੂੰ ਸਿਰਫ ਯਿਸੂ ਹੀ ਭਰ ਸਕਦਾ ਹੈ। ਹਾਲੇਲੂਇਆ। खुदा दे लोगो, ओ मैं हूँ साडे नाल है, ओ स्वयंभू परमेश्वर साडे नाल है, ओ सर्वव्यापी सर्वज्ञानी परमेश्वर साडे नाल है। हालेलुया। खुदा दे लोगो, आज सानू कह रहा ना डर, ना डर। समय कोई गल नहीं है, क्योंकि समय मेरे कंट्रोल च है। समय ने मैनू नहीं बनाया, लेकिन मैं समय नू बनाया है। हालेलुया। तेरे लिए समा हो सकदा, लेकिन मेरे लिए समय दी कोई गल नहीं है। जिवें खुदा दे दास ने प्रचार किया, अब्राहम सारा दे लई 100 साल उम्र उन्हें ਲਈ है, लेकिन परमेश्वर ਲਈ कोई काम कठिन नहीं है। तेरे लिए समा हो सकता है, तू सोच रहे समा निकल गया, लेकिन खुदा कह रहा मैं हूं, डरना मैं हैगा वा। हालेलुया। समा मेरे कंट्रोल च है। हालेलुया। घबराना घबराना। खुदा दे लोगों, ठोकर ना खावो। हालेलुया। यहूदी लोगों ने ठोकर खा लिया, कबूल नहीं किया, क्योंकि वो जिस्मानी रोटी वाली ध्यान आ, छड़ के चले गए, उस जीवन की रोटी का तिरस्कार कर दिता, बोलते सानू नहीं चाहिए। लेकिन आज भी बहुत सारे लोग हालेलुया और सिर्फ जिस्मानी आशीषाई हैं, लेकिन ये मिलया ठीक है, नहीं मिलया कई लोग बस ही छड़ के चले हैं। लेकिन आज यीशु मसीह चाहता नहीं, उस जीवन की रोटी नू खा लईए, उस जीवन की रोटी नू ले लईए, उस जीवन की रोटी नू कबूल कर लईए। हालेलुया। तेरा धन्यवाद यीशु राजा। हालेलुया। हालेलुया। धन्यवाद यीशु। स्तुति हो प्रभु जी। हालेलुया। हालेलुया। जमीन आसमान दे मालिक ते खालिक स्वर्गीय पिता जी, तेरा धन्यवाद करदे अज दे सुंदर वेले लई पिता। साडे उपवास प्रार्थना दे प्रभु जी तीसरे दिन भी सानू लैके खुदावा बहुत सारा सानू आशीष और बरकत दिता। खुदावंदा गीता भजना दे अनेक विषयां नू लैके तेरे अगे रख के प्रार्थना करने लई साजदा कीता। अंत विच अपने वचन द्वारा भी साडे नाल गल्लां कीतियां। यीशु जी सचमुच तुसीं क्या जीवन दी रोटी मैं ही हाँ। हालेलुया। ओ मैं ही रोटी और कोई नहीं है। हालेलुया। हालेलुया। तुसीं साडी सारियां लोड़ां नू जाणदे जे प्रभु, तैनूं साडी जिस्मानी लोड़ां दा भी पता वा, तैनूं पता खुदावंदा। उन्हां लोकां ने नहीं दस्सिया असीं भुखे आ, लेकिन तेनू आप ही पता चल गया इन्हां नू लोड़ हैगी। हालेलुया। उन्होंने नहीं बोलिया, लेकिन तेनू खुद पता चल गया, तेनू साडी हारिया लोड़ा दा पता वा। लेकिन इन्हां दिनां च असीं उपवास प्रार्थना च मुंह खोल के तेनू दसीए खुदाया, अपनी जरूरतां तेनू दसीए, अपनी लोड़ां तेनू दसीए प्रभु जी। लेकिन सिर्फ हाले जिस्मानी गल्लां ही नहीं, अपनी आत्मिक गल्लां भी रखिए। ओ मैनू आत्मा की लोड़, मैनू दर्शन की लोड़। जिवें पिछले दिन तेरे दास ने कहा प्रभु तू सानू पाप तो बचाना, हालेलुया, सानू बुराई तो बचाना, सानू वरदान की लोड़ आ, सानू तेरे विच वधन की लोड़ आ, सानू पवित्रताई की लोड़ आ। हालेलुया। यीशु राजा तेरा धन्यवाद। ਜਦੋਂ ਅਸੀਂ ਜਿਸਮਾਨੀ ਗੱਲਾਂ ਰੱਖਦੇ ਹਾਂ, ਉਹਦੇ ਨਾਲ ਨਾਲ ਅਸੀਂ रूहानी ਗੱਲਾਂ ਵੱਲ ਵੀ ਧਿਆਨ ਦੇਈਏ। खुदावंदा प्रार्थना करते मदद करो, जो वचन सुनिया सिर्फ सुनने वाले नहीं, वचन ते चलन ली भी साड़ी मदद ते सहायता करना, बरकत देना खुदा। शाम की बंदगी भी अपने हत्थां च लैके चलाना, आत्मा की वड्डी बारिश उडेलना खुदावा। दुआ कर दे सारे गल्लां तेरे हत्थां सौंपदे होए प्रार्थना प्रभु यीशु मसीह नासरी दे नाम च मंगदे हैं। आमीन। आमीन। हमारा खुदावंद यीशु मसीह का अनुग्रह, खुदा बाप का परिवार की संगति हम सबके साथ हुए, सारे संतों के साथ, आने वाला रोजे के साथ आज से लेकर होते रहेंगे। आमीन। हालेलुया। हालेलुया।